चौथा, हर दासन स्यों प्रीत है, हर दासन को मित, हर दासन कै वस है, ज्यों जंती कै वस जंत। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਹਰੀ ਦੀ ਆਪਣੇ ਦਾਸਾਂ ਦੇ ਨਾਲ ਪ੍ਰੀਤ ਹੈ, ਪਿਆਰ ਹੈ, ਔਰ ਹਰੀ ਆਪਣੇ ਦਾਸਾਂ ਦਾ ਮਿੱਤਰ ਹੈ। ਯਾਨੀ ਪ੍ਰਭੂ ਦੇ ਪਿਆਰੇ ਪ੍ਰਭੂ ਦੇ ਨਾਲ ਪ੍ਰੀਤ ਪਾਉਂਦੇ ਨੇ ਔਰ ਉਸ ਦੇ ਨਾਲ ਉਹਨਾਂ ਦੀ ਮਿੱਤਰਤਾ ਹੁੰਦੀ ਹੈ, ਮਿੱਤਰਾਂ ਵਾਲਾ ਪਿਆਰ ਹੁੰਦਾ ਹੈ। ਔਰ ਅਸਲ ਦੇ ਅੰਦਰ ਸਭ ਤੋਂ ਪਿਆਰਾ, ਸਭ ਤੋਂ ਨੇੜੇ ਦਾ ਔਰ ਸਭ ਤੋਂ ਚੰਗਾ ਮਿੱਤਰ ਹੀ ਸਾਡਾ ਰੱਬ ਹੈ, ਜੋ ਗੁਣਾਂ ਦੇ ਰੂਪ ਵਿੱਚ ਔਰ ਰਜ਼ਾ ਭਾਣੇ ਦੇ ਰੂਪ ਵਿੱਚ ਹਮੇਸ਼ਾ ਸਾਡੇ ਨਾਲ ਵਸਦਾ ਹੈ। ਔਰ ਜੋ ਪ੍ਰਭੂ ਦੇ ਨਾਲ ਮਿੱਤਰਤਾ ਪਾਉਂਦਾ ਹੈ ਉਹਦੇ ਅੰਦਰ ਰੱਬੀ ਗੁਣ ਹਮੇਸ਼ਾ ਰਹਿੰਦੇ ਨੇ ਔਰ ਉਹ ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ। ਤਾਂ ਪ੍ਰਭੂ ਦੀ ਆਪਣੇ ਸੇਵਕਾਂ ਦੇ ਨਾਲ ਪ੍ਰੀਤ ਹੈ ਔਰ ਪ੍ਰਭੂ ਆਪਣੇ ਸੇਵਕਾਂ ਦਾ ਮਿੱਤਰ ਹੈ। ਹਰ ਦਾਸਨ ਕੈ ਵਸ ਹੈ, ਜੋ ਜੰਤੀ ਕੈ ਵਸ ਜੰਤ। ਹਰ ਦਾਸਨ ਕੈ ਯਾਨੀ ਹਰੀ ਆਪਣੇ ਹਿਰਦੇ, ਦਾਸਾਂ ਦੇ ਹਿਰਦੇ ਵਿੱਚ ਵਸ ਹੈ ਦਾ ਮਤਲਬ ਵਸਦਾ ਹੈ। ਪ੍ਰਭੂ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ ਵਸਦਾ ਹੈ ਔਰ ਪ੍ਰਭੂ ਦੀ ਪ੍ਰੀਤ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਵਸਦੀ ਹੈ। ਜਿਵੇਂ ਜੰਤੀ ਦਾ ਮਤਲਬ ਹੈ ਸਾਜ਼, ਵਸ ਦਾ ਮਤਲਬ ਵਸਦਾ ਹੈ, ਜੰਤ ਦਾ ਮਤਲਬ ਜੰਤੀ ਦਾ ਮਤਲਬ ਸਾਜ਼ ਵਜਾਉਣ ਵਾਲਾ, ਤੇ ਜੰਤਰ ਦਾ ਮਤਲਬ ਹੁੰਦਾ ਹੈ ਸਾਜ਼, ਵਾਜਾ। ਜੰਤੀ ਦਾ ਮਤਲਬ ਵਾਜਾ ਵਜਾਉਣ ਵਾਲਾ, ਸਾਜ਼ ਵਜਾਉਣ ਵਾਲਾ। ਜਿਵੇਂ ਸਾਜ਼ ਵਜਾਉਣ ਵਾਲੇ ਦੇ ਵਸ ਵਿੱਚ ਹਾਰਮੋਨੀਅਮ ਆਦਿਕ ਸਾਜ਼ ਹੁੰਦਾ ਹੈ, ਯਾਨੀ ਉਹ ਸਾਜ਼ ਵਜਾਉਣ ਵਾਲੀ ਕਲਾ ਉਹਦੇ ਅੰਦਰ ਵਸਦੀ ਹੁੰਦੀ ਹੈ, ਤੇ ਜਦੋਂ ਵੀ ਉਸ ਦਾ ਜੀ ਕਰਦਾ ਹੈ ਉਸ ਕਲਾ ਦੇ ਨਾਲ ਉਸ ਸਾਜ਼ ਨੂੰ ਵਜਾ ਲੈਂਦਾ ਹੈ। ਸਾਜ਼ ਵਜਾਉਣ ਦੀ ਕਲਾ ਹਮੇਸ਼ਾ ਹੀ ਸਾਜ਼ ਵਜਾਉਣ ਵਾਲੇ ਦੇ ਅੰਦਰ ਵਸਦੀ ਹੈ। ਇਸੇ ਤਰ੍ਹਾਂ ਪ੍ਰਭੂ ਦੇ ਜੋ ਗੁਣ ਨੇ ਉਹ ਹਮੇਸ਼ਾ ਹੀ ਪ੍ਰਭੂ ਦੇ ਦਾਸਾਂ ਦੇ ਅੰਦਰ ਵਸਦੇ ਨੇ। ਜਿਵੇਂ ਸਾਜ਼ ਵਜਾਉਣ ਵਾਲਾ ਸਾਜ਼ ਵਜਾਉਂਦਾ ਹੈ ਜਦੋਂ ਵੀ ਉਸ ਦਾ ਜੀ ਕਰਦਾ ਹੈ, ਜਿਸ ਤਰ੍ਹਾਂ ਵੀ ਜੀ ਕਰਦਾ ਹੈ, ਇਸੇ ਤਰ੍ਹਾਂ ਪ੍ਰਭੂ ਦੇ ਜੋ ਦਾਸ ਨੇ ਉਹ ਰੱਬੀ ਗੁਣਾਂ ਨੂੰ ਹਮੇਸ਼ਾ ਯੂਜ਼ ਕਰਦੇ ਨੇ ਔਰ ਰੱਬੀ ਗੁਣ ਉਹਨਾਂ ਦੇ ਹਿਰਦੇ ਦੇ ਅੰਦਰ ਹਮੇਸ਼ਾ ਹੀ ਵਸਦੇ ਹੁੰਦੇ ਨੇ। ਇੱਕ ਪਲ ਵੀ ਰੱਬੀ ਗੁਣ ਉਹਨਾਂ ਤੋਂ ਦੂਰ ਨਹੀਂ ਹੁੰਦੇ ਔਰ ਪ੍ਰਭੂ ਦੇ ਪਿਆਰੇ ਉਹਨਾਂ ਰੱਬੀ ਗੁਣਾਂ ਦਾ ਹਮੇਸ਼ਾ ਹਮੇਸ਼ਾ ਆਨੰਦ ਮਾਣਦੇ ਨੇ। ਹਰ ਕੇ ਦਾਸ ਹਰ ਧਿਆਇਂਦੇ, ਕਰ ਪ੍ਰੀਤਮ ਸਿਉ ਨਹੀਂ। ਪ੍ਰੀਤਮ ਦਾ ਮਤਲਬ ਪਿਆਰਾ, ਧਿਆਇਂਦੇ ਦਾ ਮਤਲਬ ਧਿਆਨ ਵਿੱਚ ਰੱਖਦੇ ਨੇ, ਨੇਹ ਦਾ ਮਤਲਬ ਪਿਆਰ। ਪ੍ਰਭੂ ਦੇ ਸੇਵਕ ਆਪਣੇ ਪਿਆਰੇ ਪ੍ਰੀਤਮ ਪ੍ਰਭੂ ਨੂੰ ਹਮੇਸ਼ਾ ਹੀ ਧਿਆਨ ਵਿੱਚ ਵਸਾਉਂਦੇ ਨੇ ਔਰ ਹਮੇਸ਼ਾ ਹੀ ਉਹਨੂੰ ਪ੍ਰੇਮ ਦੇ ਨਾਲ ਸਿਮਰਦੇ ਨੇ, ਪ੍ਰਭੂ ਦੇ ਨਾਲ ਪ੍ਰੀਤ ਪਾਉਂਦੇ ਨੇ, ਰੱਬੀ ਗੁਣਾਂ ਦੇ ਨਾਲ ਪਿਆਰ ਪਾਉਂਦੇ ਨੇ, ਰੱਬੀ ਰਜ਼ਾ ਦੇ ਨਾਲ ਉਹਨਾਂ ਦੀ ਪ੍ਰੀਤ ਹੁੰਦੀ ਹੈ ਔਰ ਹਮੇਸ਼ਾ ਹੀ ਪ੍ਰੇਮ ਪਿਆਰ ਦੇ ਨਾਲ, ਦਿਲੀ ਪਿਆਰ ਦੇ ਨਾਲ ਪ੍ਰਭੂ ਨੂੰ, ਪ੍ਰਭੂ ਦੇ ਗੁਣਾਂ ਨੂੰ, ਉਹਦੀ ਰਜ਼ਾ ਨੂੰ, ਭਾਣੇ ਨੂੰ ਆਪਣੇ ਧਿਆਨ ਦੇ ਅੰਦਰ ਰੱਖਦੇ ਨੇ। ਪ੍ਰਭੂ ਦੇ ਪਿਆਰਿਆਂ ਦਾ ਧਿਆਨ ਦਾ ਕੇਂਦਰ ਜੋ ਹੈ ਰੱਬੀ ਗੁਣ ਨੇ, ਰੱਬੀ ਪਿਆਰ ਹੈ ਔਰ ਰੱਬੀ ਰਜ਼ਾ ਹੈ। ਕਿਰਪਾ ਕਰਕੇ ਸੁਨੋ ਪ੍ਰਭ, ਸਭ ਜਗ ਮੈਂ ਵਰਸੇ ਮਹਿ। ਤੇ ਜੋ ਰੱਬ ਦੇ ਪਿਆਰੇ ਨੇ ਉਹ ਆਪਣੇ ਪਿਆਰੇ ਦੇ ਅੱਗੇ ਇੱਕ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ ਕਿ ਹੇ ਪਿਆਰੇ ਪ੍ਰਭੂ ਰਹਿਮਤ ਕਰੋ, ਸਾਡੀ ਇੱਕ ਜੋਦੜੀ ਅਰਦਾਸ ਸਰਵਣ ਕਰੋ ਕਿ ਇਹ ਜੋ ਕਿਰਪਾ ਦੀ, ਗੁਣਾਂ ਦੀ ਬਰਸਾਤ ਹੈ, ਪਿਆਰ ਦੀ, ਇਹ ਸਾਰੇ ਜਗਤ ਦੇ ਵਿੱਚ ਹੀ ਹੋਵੇ। ਮਹਿ ਦਾ ਮਤਲਬ ਬਰਸਾਤ, ਪਿਆਰ ਦੀ ਬਰਸਾਤ, ਗੁਣਾਂ ਦੀ ਬਰਸਾਤ ਸਾਰੇ ਸੰਸਾਰ ਦੇ ਵਿੱਚ ਹੋਵੇ। ਯਾਨੀ ਉਹਨਾਂ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਪੂਰੇ ਸੰਸਾਰ ਦੇ ਹਰ ਮਨੁੱਖ ਦੇ ਹਿਰਦੇ ਦੇ ਅੰਦਰ ਇਹ ਗੁਣਾਂ ਦੀ ਬਰਸਾਤ ਹੋਵੇ। ਹਰ ਇਨਸਾਨ ਇਹਨਾਂ ਗੁਣਾਂ ਦਾ ਧਾਰਨੀ ਹੋਵੇ, ਹਰ ਇਨਸਾਨ ਰੱਬੀ ਰਜ਼ਾ ਦੇ ਅੰਦਰ ਤੁਰੇ ਔਰ ਜੋ ਰੱਬੀ ਗੁਣਾਂ ਦਾ ਸੁੱਖ ਹੈ, ਆਨੰਦ ਹੈ, ਉਹ ਦੁਨੀਆ ਦਾ ਹਰ ਮਨੁੱਖ ਮਾਣੇ। ਯਾਨੀ ਇੱਥੇ ਸੰਸਾਰ ਦੇ ਭਲੇ ਦੀ ਗੱਲ ਹੈ, ਸਰਬੱਤ ਦਾ ਭਲਾ ਮੰਗਣ ਦੀ ਭਾਵਨਾ ਹੈ, ਸਰਬੱਤ ਦਾ ਭਲਾ ਕਰਨ ਦੀ ਯਾਚਨਾ ਹੈ ਔਰ ਸਰਬੱਤ ਦਾ ਭਲਾ ਕਰਨ ਦੀ ਪ੍ਰੇਰਣਾ ਹੈ ਕਿ ਜੋ ਪ੍ਰਭੂ ਦੇ ਪਿਆਰੇ ਨੇ ਉਹ ਹਮੇਸ਼ਾ ਹੀ ਸਰਬੱਤ ਦਾ ਭਲਾ ਲੋਚਦੇ ਨੇ ਔਰ ਇਹ ਲੋਚਦੇ ਨੇ ਕਿ ਹਰ ਇਨਸਾਨ ਇਹਨਾਂ ਰੱਬੀ ਗੁਣਾਂ ਦੇ ਨਾਲ ਜੁੜੇ, ਹਰ ਇਨਸਾਨ ਰੱਬੀ ਰਜ਼ਾ ਦੇ ਵਿੱਚ ਤੁਰੇ, ਹਰ ਇਨਸਾਨ ਰੱਬੀ ਗੁਣਾਂ ਦਾ ਆਨੰਦ ਮਾਣ ਸਕੇ
और इस संसार जिहड़ा है चंगा सुहावना सोहना बन सके। जो हर दासन की उस्तत है सा हर की वड्याई। जो प्रभु दे दासां दी उस्तती है ना, उस्तरी का मतलब शलाघा है, वड्याई है, जो प्रभु दे प्यारिਆਂ ਨੂੰ ਮਾਣ ਮਿਲਦਾ ਹੈ। ਰੱਬੀ ਰਜਾ ਵਿੱਚ ਤੁਰਨ ਵਾਲੇ ਲੋਕਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਦਾ ਹੈ ਨਾ। ਲੋਕ ਕਹਿੰਦੇ ਨੇ ਕਿ ਉਹ ਬੜੇ ਮਹਾਨ ਨੇ, ਉਹ ਬੜੇ ਚੰਗੇ ਨੇ, ਉਹਨਾਂ ਦਾ ਜੀਵਨ ਮੁਬਾਰਕ ਹੈ। ਜਿਵੇਂ ਗੁਰਬਾਣੀ ਦੇ ਅੰਦਰ ਭਗਤ ਜਨ ਨੇ, ਭੱਟ ਜਨ ਨੇ, ਗੁਰੂ ਸਾਹਿਬਾਨ ਨੇ, ਗੁਰਸਿੱਖ ਨੇ, ਜਿਨ੍ਹਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਹਨਾਂ ਦੀ ਕਿੰਨੀ ਵਡਿਆਈ ਹੈ, ਉਹਨਾਂ ਦੀ ਕਿੰਨੀ ਮਹਾਨਤਾ ਹੈ। ਇਸ ਤੋਂ ਇਲਾਵਾ ਜੋ ਰੱਬੀ ਰਜਾ ਭਾਣੇ ਦੇ ਅੰਦਰ ਤੁਰਦੇ ਨੇ ਔਰ ਸੰਸਾਰ ਵਿੱਚ ਰੱਬ ਨੂੰ ਵਸਦਿਆਂ ਵੇਖ ਖਲਕਤ ਦੀ ਸੇਵਾ ਵਿੱਚ ਆਪਣਾ ਆਪਾ ਲਾਉਂਦੇ ਨੇ, ਆਪਣਾ ਆਪਾ ਕੁਰਬਾਨ ਕਰਦੇ ਨੇ, ਉਹਨਾਂ ਨੂੰ ਕਿੰਨਾ ਮਾਣ ਆਦਰ ਮਿਲਦਾ ਹੈ। ਜੇ ਅਸੀਂ ਸਿੱਖ ਜਗਤ ਦੀ ਗੱਲ ਕਰੀਏ ਤਾਂ ਕਿਵੇਂ ਅਸੀਂ ਰੋਜ਼ ਬੜੇ ਪਿਆਰ ਦੇ ਨਾਲ ਅਰਦਾਸ ਵਿੱਚ ਉਹਨਾਂ ਸਿੰਘਾਂ ਸਿੰਘਣੀਆਂ ਦਾ ਨਾਮ ਯਾਦ ਕਰਦੇ ਹਾਂ ਜਿਨ੍ਹਾਂ ਨੇ ਧਰਮ ਹੀਤ ਸ਼ੀਸ਼ ਦਿੱਤੇ ਨੇ, ਜਿਨ੍ਹਾਂ ਨੇ ਬੰਦ ਕਟਾਏ ਨੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਜੋ ਹਿਊਮਨ ਰਾਈਟਸ ਵਾਸਤੇ ਲੜੇ ਨੇ, ਜਿਨ੍ਹਾਂ ਨੇ ਆਪਣਾ ਆਪਾ ਵਾਰਿਆ, ਉਹਨਾਂ ਨੂੰ ਕਿੰਨਾ ਮਾਣ, ਕਿੰਨਾ ਆਦਰ ਔਰ ਕਿੰਨਾ ਸਤਿਕਾਰ ਮਿਲਦਾ ਹੈ। ਤਾਂ ਜੋ ਰੱਬ ਦੇ ਪਿਆਰਿਆਂ ਦੀ ਇਹ ਵਡਿਆਈ ਹੈ ਨਾ, ਗੁਰੂ ਜੀ ਕਹਿੰਦੇ ਨੇ ਸਾ ਹਰ ਕੀ ਵਡਿਆਈ, ਇਹ ਰੱਬ ਦੀ ਹੀ ਵਡਿਆਈ ਹੈ, ਇਹ ਰੱਬ ਦੀ ਰਜਾ ਵਿੱਚ ਤੁਰਨ ਕਰਕੇ ਹੀ ਮਿਲੀ ਹੈ। ਔਰ ਜਦੋਂ ਤੁਸੀਂ ਕਿਸੇ ਰੱਬ ਦੀ ਪਿਆਰੇ ਦੀ ਉਸਤਤ ਕਰ ਰਹੇ ਹੁੰਦੇ ਹੋ, ਉਦੋਂ ਮਾਨੋ ਤੁਸੀਂ ਰੱਬ ਦੀ ਹੀ ਵਡਿਆਈ ਕਰ ਰਹੇ ਹੁੰਦੇ ਹੋ, ਕਿਉਂਕਿ ਉਹ ਇਨਸਾਨ ਰੱਬ ਵਰਗਾ ਹੀ ਹੁੰਦਾ ਹੈ। ਇਹ ਰੱਬ ਦੀ ਹੀ ਵਡਿਆਈ ਹੈ ਕਿਉਂਕਿ ਉਹਨਾਂ ਨੇ ਰੱਬੀ ਗੁਣਾਂ ਨੂੰ ਅਪਣਾਇਆ ਹੈ, ਉਹ ਰੱਬੀ ਰਜਾ ਦੇ ਵਿੱਚ ਤੁਰੇ ਨੇ, ਇਸੇ ਕਰਕੇ ਉਹਨਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਿਆ ਹੈ। ਹਰ ਆਪਣੀ ਵਡਿਆਈ ਭਾਂਦੀ ਜਨ ਕਾ ਜੈਕਾਰ ਕਰਾਈ। ਤੇ ਇਹ ਜੋ ਰੱਬ ਦੇ ਪਿਆਰਿਆਂ ਦੀ ਵਡਿਆਈ ਹੈ, ਰੱਬ ਦੀ ਆਪਣੀ ਹੀ ਵਡਿਆਈ ਹੈ, ਕਿਉਂਕਿ ਉਹਦੇ ਪਿਆਰੇ ਦਾਸ ਨੇ, ਉਹ ਰੱਬੀ ਰਜਾ ਵਿੱਚ ਤੁਰ ਰਹੇ ਨੇ, ਰੱਬੀ ਗੁਣਾਂ ਦੇ ਉਹ ਧਾਰਨੀ ਨੇ, ਇਸ ਲਈ ਉਹਨਾਂ ਦੀ ਵਡਿਆਈ ਰੱਬ ਨੂੰ ਚੰਗੀ ਲੱਗਦੀ ਹੈ। ਜੋ ਰੱਬੀ ਰਜਾ ਵਿੱਚ ਤੁਰਨ ਵਾਲੇ ਨੇ, ਜਦੋਂ ਉਹਦੀ ਕੋਈ ਵਡਿਆਈ ਸਿਫਤ ਕਰਦਾ ਹੈ ਤੇ ਚੰਗੀ ਲੱਗਦੀ ਹੈ। ਇਹਨੂੰ ਆਪਾਂ ਆਮ ਇੱਕ ਦੁਨਿਆਵੀ ਮਿਸਾਲ ਦੇ ਨਾਲ ਸਮਝੀਏ। ਮੰਨ ਲਓ ਤੁਹਾਡਾ ਕੋਈ ਬੱਚਾ ਹੈ, ਉਹ ਪੜ੍ਹਾਈ ਵਿੱਚ ਬਹੁਤ ਚੰਗੇ ਨੰਬਰ ਲੈਂਦਾ ਹੈ, ਉਹ ਸਕੂਲ ਦੀਆਂ ਖੇਡਾਂ ਦੇ ਵਿੱਚ ਫਸਟ ਆਉਂਦਾ ਹੈ, ਗੋਲਡ ਮੈਡਲ ਲੈ ਕੇ ਆਉਂਦਾ ਹੈ, ਉਹ ਹਰ ਇਨਸਾਨ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਬੁਲਾਉਂਦਾ ਹੈ। ਤੇ ਕੋਈ ਆਣ ਕੇ ਤੁਹਾਡੇ ਬੱਚੇ ਦੀ ਸਿਫਤ ਕਰੇ ਵੀ ਤੁਹਾਡਾ ਬੱਚਾ ਬੜਾ ਪਿਆਰਾ ਹੈ, ਜਦੋਂ ਕੋਈ ਇਹ ਕਹਿੰਦਾ ਵਾਹਿਗੁਰੂ ਇਹੋ ਜਿਹਾ ਧੀ ਪੁੱਤਰ ਸਾਰਿਆਂ ਨੂੰ ਦਵੇ, ਤਾਂ ਮਾਂ-ਬਾਪ ਦਾ ਸੀਨਾ ਫੁੱਲ ਜਾਂਦਾ ਨਾ, ਮਾਣ ਦੇ ਨਾਲ ਮਾਣ ਹੁੰਦਾ ਹੈ, ਚੰਗਾ ਲੱਗਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਦੇ ਜਦੋਂ ਦਾਸਾਂ ਦੀ ਕੋਈ ਵਡਿਆਈ ਕਰਦਾ ਤਾਂ ਰੱਬ ਨੂੰ ਵੀ ਚੰਗੀ ਲੱਗਦੀ, ਗੁਰੂ ਨੂੰ ਵੀ ਚੰਗੀ ਲੱਗਦੀ। ਜਨ ਕਾ ਜੈਕਾਰ ਕਰਾਈ, ਤੇ ਪ੍ਰਭੂ ਆਪਣੇ ਪਿਆਰਿਆਂ ਦਾ ਜੈ ਜੈਕਾਰ ਕਰਾ ਦਿੰਦਾ ਹੈ। ਯਾਨੀ ਜੋ ਰੱਬੀ ਰਜਾ ਦੇ ਅੰਦਰ ਤੁਰਦੇ ਨੇ, ਉਹਨਾਂ ਦਾ ਇਸ ਸੰਸਾਰ ਦੇ ਅੰਦਰ ਜੈ ਜੈਕਾਰ ਹੁੰਦਾ ਹੈ। ਤੇ ਇਹ ਵਡਿਆਈ ਰੱਬੀ ਰਜਾ ਦੇ ਵਿੱਚ ਤੁਰਨ ਕਰਕੇ ਹੀ ਮਿਲਦੀ ਹੈ, ਤੇ ਇਹ ਰੱਬ ਦੀ ਆਪਣੀ ਹੀ ਵਡਿਆਈ ਹੁੰਦੀ ਹੈ, ਤੇ ਰੱਬ ਨੂੰ ਆਪਣੀ ਵਡਿਆਈ ਪਾਉਂਦੀ ਹੈ। ਭਾਵ ਕਿ ਜਿਹੜੇ ਐਸੇ ਇਨਸਾਨ ਨੇ ਉਹ ਰੱਬ ਨੂੰ ਪਿਆਰੇ ਲੱਗਦੇ ਨੇ, ਉਹ ਰੱਬੀ ਰਜਾ ਵਿੱਚ ਤੁਰਨ ਵਾਲੇ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਸੋ ਹਰ ਜਨ ਨਾਮ ਧਿਆਏਂਦਾ, ਹਰ ਹਰ ਜਨ ਇੱਕ ਸਮਾਨ। ਹਰੀ ਦਾ ਉਦਾਸ ਜੋ ਨਾਮ ਧਿਆਏਂਦਾ, ਮਤਲਬ ਜੋ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਰੱਬੀ ਗੁਣਾਂ ਨੂੰ ਆਪਣੀ ਸੋਚ ਵਿੱਚ ਵਸਾਉਂਦਾ ਹੈ, ਰੱਬੀ ਰਜਾ ਨੂੰ ਆਪਣੇ ਦਿਮਾਗ ਵਿੱਚ, ਮਨ ਵਿੱਚ, ਚਿੱਤ ਵਿੱਚ, ਸੋਚ ਵਿੱਚ ਵਸਾਉਂਦਾ ਹੈ, ਜਿਸ ਦੀ ਸੋਚ ਦਾ ਕੇਂਦਰ ਜਾਂ ਜਿਸ ਦੇ ਜੀਵਨ ਦਾ ਆਧਾਰ ਰੱਬ ਦਾ ਹੁਕਮ ਹੈ, ਜਿਸ ਦੇ ਜੀਵਨ ਦਾ ਆਧਾਰ ਰੱਬੀ ਗੁਣ ਨੇ। ਗੁਰੂ ਜੀ ਕਹਿੰਦੇ ਨੇ ਹਰ ਹਰ ਜਨ ਇੱਕ ਸਮਾਨ। ਉਹ ਹਰੀ ਤੇ ਹਰੀ ਦਾ ਸੇਵਕ ਇੱਕ ਰੂਪ ਹੀ ਨੇ। ਇੱਥੇ ਹਰ ਤੇ ਥੋੜਾ ਜਿਹਾ ਰੁਕ ਜਾਣਾ। ਹਰ ਜਨ ਇੱਕ ਸਮਾਨ। ਹਰੀ ਔਰ ਹਰੀ ਦਾ ਜਨ ਦੋਵੇਂ ਇੱਕ ਸਮਾਨ ਦਾ ਮਤਲਬ ਇੱਕ ਬਰਾਬਰ ਹੀ ਨੇ। ਯਾਨੀ ਜੋ ਰੱਬੀ ਗੁਣਾਂ ਦਾ ਧਾਰਨੀ ਹੈ ਨਾ, ਮਨ ਬਚਨ ਔਰ ਕਰਮ ਕਰਕੇ, ਉਹਦੇ ਵਿੱਚ ਉਹ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਉਹ ਇਨਸਾਨ ਰੱਬ ਵਰਗਾ ਹੀ ਹੋ ਜਾਂਦਾ ਹੈ, ਸੋਚ ਕਰਕੇ, ਬਚਨਾ ਕਰਕੇ, ਬਿਹੇਵੀਅਰ ਕਰਕੇ। ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰੱਖੋ ਭਗਵਾਨ। ਪੈਜ ਦਾ ਮਤਲਬ ਲਾਜ, ਇੱਜ਼ਤ। हे हरि हे भगवान, दास नानक तेरा दास है। ते अपने
दास की लाज रखो, मैनू अपने दास नूं या अपनी रजा भाने विच तुरन दा बल बख्शो, मैं आप दा दास हाँ। तां कहन तो भाव जो भी इंसान चाहुंदा है कि उन्हें मान मिले, आदर मिले, सत्कार मिले, खुशी मिले, ओदी जगत अंदर शोभा होवे, तां ओदे वास्ते इक्को ही राह है, रब दा दास हो जाना। रब दा दास दा मतलब रब्बी रजा दे अंदर जिंदगी गुजारनी। रब दे दास होने दा मतलब माला फेरनी, समाधि लाना नहीं है। रब्बी रजा विच तुरना, रब्बी गुणा दे धारनी होना और रब्बी हुक्म दे अंदर जीवन गुजारना। महला चौथा, नानक प्रीत लाई तिन साचै, तिस बिन रहन ना जाई। उस सच्चे हरि ने, हे नानक, जिन्हां दे हिरदे विच प्रेम पैदा कीता है, हुण ओहदे तो बिना रिहा नहीं जांदा। सच्चे हरि ने नानक दे हिरदे विच प्रीत लाई है। गुरु साहब जी पावन बचन कर रहे हैं कि मेरे हिरदे अंदर प्रभु ने प्रीत ला दी है, प्रभु दी प्रीत मेरे हिरदे विच पैदा हो गई है। तिस बिन रहन ना जाई, हुण ओहदे तो बिना जीविया नहीं जांदा। जिन्हां दे अंदर रब्बी प्रीत पैदा हो जाती है, जिन्हां दे अंदर रब्बी गुणा वास्ते लगन पैदा हो जाती है, सच है, दया है, धर्म है, धीरज है, निर्भयता है, निर्वैरता है, गुरु दे जो सिद्धांत ने, गुरु दी पावन बाणी दा जो वे ऑफ लाइफ है, रब्बी गुण ने, जिन्हां दी प्रीत इन्हां नाल पैदा हो जाए ना, प्यार पैदा हो जाए, फिर वो इन्हां गुणा तो बिना रह नहीं सकते। आखां जीवा विसरे मर जाऊं वाली हालात हो जाती। फिर तो एक घड़ी ना मिलते तां कलयुग होता वाली अवस्था बन जाती है। एक करी दिवस मोको बहुत दिहारे वाली हालात पैदा हो जाती है। यानी वो फिर रब्बी गुणा तो बिना रह नहीं सकते, जी नहीं सकते, क्योंकि रब्बी गुणा का इन्ना आनंद है, इन्नी महानता है, इन्ना सुख है, इन्नी को वडियाई है कि जिन्हें एक बार इन्ना गुणा का रस चख लिया, प्यार पैदा हो गया, फिर रब्बी गुणा तो बिना रह ही नहीं सकेगा। इसलिए भगत कबीर जी ने बड़े प्यारे वचन कहे ने, राम वियोगी ना जीए, जीए तां बौरा होए। जिहड़ा रब दी प्रीत वाला है ना, वो रब दी प्रीत तो बिना जी ही नहीं सकता। ते जेकर वो जींदा है तां बौरा होए, कमला शदाई चला होके। रब दा जिहड़ा प्यारा है, दुनिया दी नज़रां दे विच झल्ला और कमला भी हुंदा है। उहनूं लोग झल्ला, कमला और पागल भी कह सकते ने, क्योंकि सच दे राहां ते बेपरवाह होके तुर रहा है। तां जिन्हां दे हिरदे अंदर प्रभु ने प्रीत ला दित्ती, वो फिर प्रभु की प्रीत तो बिना रह नहीं सकते। प्रभु की प्रीत ही उन्हां दे जीवन का आधार बन जाता है। सतगुर मिले तां पूरा पाइए, हर रस रसन रसाई। रस का मतलब रस विच, स्वाद विच, ते रसन का मतलब है जीव। हुण सतगुर मिल पै तां पूरा हरि मिल पैंदा है। जे सतगुरु मिल पवे तां रब मिल पैंदा है, पूरा मिल पैंदा है, पूरनता मिल जाती है। गुरु सानू पूरे दे विच भेद कर दिंदा है, सानू जीवन की असलीयत की समझ आ जाती है और बंदा सच वाली जिंदगी जींदा है। सतगुर का मिलाप जरूरी है, ते सतगुर दे मिलन का मतलब है गुरु दे दसे राहां ते तुरना, गुरु का ज्ञान हासिल करना, गुरु तो विवेक बुद्ध की प्राप्ति करनी, गुरु तो वे ऑफ लाइफ सीखना और उस वे ऑफ लाइफ नू इंप्लीमेंट करना अपनी जिंदगी के अंदर। ਜਿਹੜੇ गुरु दे दसे राह ते तुरदे ने, जिन्हां नू गुरु दा मिलाप हो जांदा है, तां पूरा पाइए, वो पूरे रब नू पा लैंदे ने, वो पूरे रब दे अंदर समा जांदे ने। किवें पा लैंदे ने कि अपनी सीमित सोच नू रब्बी सोच दे विच मिला दिंदे ने। निक्की जी बूंद सागर विच मिल के मानो सागर हो जांदी है। ते उन्हां दी निशानी की हुंदी है? जिन्हां ने पूरे नू पा लिया, जां जो पूरे विच समा गए, हर रस रसन रसाई, उन्हां दी जीव हरि दे रस विच रस जांदी। उन्हां दी निशानी ये है कि उन्हां दी जीव हरि दे रस विच रस जांदी है। उन्हां दा जबान तो पता लग जाएगा कि उन्हां दी बोल बाणी कैसी है। जिन्हां दी सुरत प्रभु दे गुणां नाल जुड़ी है ना, उन्हां दी बोल बाणी तो पता लग जाएगा कि वो बोल दे किवें। उन्हां दी जबान तो कदे कोई नफरत वाला बोल, हंकार वाला बोल, क्रोध वाला बोल, निंदा चुगली वाला बोल कदे भी नहीं सुनोगे। उन्हां दी जबान दे बोल इन्ने मिठे प्यारे
ਚੜ੍ਹਦੀ ਕਲਾ ਵਾਲੇ, ਸਕਾਰਾਤਮਕ ਸੋਚ ਵਾਲੇ ਹੋਣਗੇ ਕਿ ਜਦੋਂ ਵੀ ਉਹ ਬੋਲਣਗੇ ਤਾਂ ਇੰਜ ਜਾਪੇਗਾ ਜਿਵੇਂ ਉਹਨਾਂ ਦੇ ਜ਼ਬਾਨ ਤੋਂ, ਉਹਨਾਂ ਦੇ ਮੂੰਹ ਦੇ ਵਿੱਚੋਂ ਫੁੱਲ ਪੈ ਡਿੱਗਦੇ। ਉਹ ਸ਼ਹਿਦ ਵਰਗੇ ਮਿੱਠੇ ਪਿਆਰੇ ਸਕਾਰਾਤਮਕ ਬੋਲ ਬੋਲਣਗੇ। ਉਹਨਾਂ ਬੋਲਾਂ ਦੇ ਨਾਲ ਤੁਹਾਨੂੰ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਮਿਲੇਗੀ। ਉਹਨਾਂ ਦੇ ਬੋਲਾਂ ਦੇ ਨਾਲ ਤੁਹਾਡੇ ਅੰਦਰ ਵਿਲ ਪਾਵਰ ਜਾਗੇਗੀ, ਤੁਹਾਡੇ ਅੰਦਰ ਉਤਸ਼ਾਹ ਪੈਦਾ ਹੋਏਗਾ, ਤੁਹਾਡੇ ਅੰਦਰ ਚੜ੍ਹਦੀ ਕਲਾ ਪੈਦਾ ਹੋਏਗੀ। ਉਹਨਾਂ ਦੇ ਬੋਲ ਹੀ ਆਤਮਿਕ ਜੀਵਨ ਦੇਣ ਵਾਲੇ ਹੋਣਗੇ। ਇੱਥੋਂ ਹਰ ਇਨਸਾਨ ਆਪਣਾ ਅੰਦਾਜ਼ਾ ਲਗਾ ਸਕਦਾ ਹੈ ਕਿ ਮੇਰੀ ਬੋਲ ਬਾਣੀ ਕੈਸੀ ਹੈ। ਕਿਸੇ ਇਨਸਾਨ ਦੀ ਬੋਲ ਬਾਣੀ ਤੋਂ ਉਹਦਾ ਅੰਦਾਜ਼ਾ ਲੱਗ ਜਾਂਦਾ ਹੈ। ਕਿਸੇ ਨੇ ਬਹੁਤ ਸੁੰਦਰ ਲਿਖਿਆ ਹੈ ਕਿ ਇਹ ਸਰੀਰ ਇੱਕ ਦੁਕਾਨ ਹੈ ਤੇ ਜ਼ਬਾਨ ਇਹਦਾ ਤਾਲਾ ਹੈ। ਜਦੋਂ ਇਹ ਤਾਲਾ ਖੁੱਲਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਦੁਕਾਨ ਹੀਰਿਆਂ ਦੀ ਹੈ ਕਿ ਕੋਲਿਆਂ ਦੀ। ਤਾਲਾ ਖੁੱਲਣ ਤੋਂ ਬਾਅਦ ਪਤਾ ਲੱਗ ਜਾਂਦਾ ਕਿ ਅੰਦਰ ਹੀਰੇ ਨੇ ਕਿ ਕੋਲੇ ਨੇ। ਜੋ ਅੰਦਰ ਹੈ ਉਹ ਤੁਹਾਡੀ ਜ਼ਬਾਨ ਤੋਂ ਪ੍ਰਗਟ ਹੋ ਜਾਣਾ ਹੈ, ਮੇਰੀ ਜ਼ਬਾਨ ਤੋਂ ਪ੍ਰਗਟ ਹੋ ਜਾਣਾ ਹੈ। ਤੇ ਜਿਨ੍ਹਾਂ ਦੇ ਅੰਦਰ ਰੱਬੀ ਪ੍ਰੀਤ ਹੁੰਦੀ ਹੈ ਉਹਨਾਂ ਦੀ ਜ਼ਬਾਨ ਦੇ ਵਿੱਚੋਂ ਸਕਾਰਾਤਮਕ, ਮਿੱਠੇ, ਪਿਆਰੇ, ਗੁਣਾਂ ਵਾਲੇ, ਆਤਮਿਕ ਜੀਵਨ ਦੇਣ ਵਾਲੇ ਬੋਲ ਹੁੰਦੇ ਨੇ। ਉਹਨਾਂ ਦੀ ਜ਼ਬਾਨ ਤੇ ਰੱਬੀ ਗੁਣ ਹੁੰਦੇ। ਪੌੜੀ, ਰੈਣ ਦਿਨਸ ਪ੍ਰਭਾਤ ਤੁਹੈ ਹੀ ਗਾਵਣਾ। ਰੈਣ ਦਿਨਸ ਦਾ ਮਤਲਬ ਦਿਨ ਰਾਤ, ਯਾਨੀ ਹਰ ਵਕਤ, ਹਰ ਵੇਲੇ ਤੂੰ ਹੀ ਗਾਵਣ ਯੋਗ ਹੈ। ਤੇਰੇ ਹੀ ਗੁਣ ਗਾਣੇ ਚਾਹੀਦੇ ਨੇ ਹਰ ਵੇਲੇ। ਗਾਵਣਾ ਦਾ ਮਤਲਬ ਗਾਵਣ ਯੋਗ, ਸਿਫਤ ਕਰਨ ਯੋਗ, ਕਿ ਹੇ ਹਰੀ ਦਿਨ ਰਾਤ ਭਾਵ ਹਰ ਯੋਗ, ਹਰ ਵੇਲੇ ਤੂੰ ਹੀ ਗਾਵਣ ਯੋਗ ਹੈ। ਭਾਵ ਕਿ ਹਰ ਵੇਲੇ ਰੱਬੀ ਗੁਣ ਹੀ ਗਾਣੇ ਚਾਹੀਦੇ ਨੇ। ਹੁਣ ਗੁਣ ਗਾਉਣ ਦਾ ਮਤਲਬ ਇਹ ਨਹੀਂ ਕਿ ਇੱਕ ਥਾਂ ਤੇ ਬੈਠੇ ਰਹੋ ਤੇ ਗੁਣ ਗਾਈ ਜਾਓ ਜਾਂ ਢੋਲਕੀ ਗਲ ਵਿੱਚ ਪਾ ਕੇ ਗਾਓ। ਗੁਣ ਗਾਉਣ ਦਾ ਮਤਲਬ ਕਿ ਹਰ ਵਕਤ ਦਿਨ ਰਾਤ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ। ਦਿਨ ਹੋਵੇ, ਰਾਤ ਹੋਵੇ, ਸਵੇਰ ਹੋਵੇ, ਸ਼ਾਮ ਹੋਵੇ, ਦੁਪਹਿਰ ਹੋਵੇ, ਤੜਕਾ ਹੋਵੇ, ਕੋਈ ਵੀ ਵੇਲਾ ਹੈ, ਜਦੋਂ ਵੀ ਤੁਸੀਂ ਕੋਈ ਕਰਮ ਕਰ ਰਹੇ ਹੋ, ਸੋਚ ਰਹੇ ਹੋ, ਬੋਲ ਰਹੇ ਹੋ, ਤਾਂ ਉਦੋਂ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ। ਇਹੀ ਰੱਬ ਦੀ ਭਗਤੀ ਹੈ, ਇਹੀ ਸਿਮਰਨ ਹੈ, ਇਹੀ ਬੰਦਗੀ ਹੈ। ਤੇ ਦੇਖੋ ਕਿੰਨਾ ਸੌਖਾ ਸਾਡਾ ਜੀਵਨ ਗੁਰੂ ਜੀ ਨੇ ਕਰ ਦਿੱਤਾ ਹੈ ਕਿ ਜਦੋਂ ਜੀਣਾ ਹੀ ਹੈ, ਬੋਲਣਾ ਹੀ ਹੈ, ਤਾਂ ਫਿਰ ਆਰਾਮ ਨਾਲ ਜੀ ਲਓ, ਪਿਆਰ ਨਾਲ ਜੀ ਲਓ, ਸੱਚ ਬੋਲ ਕੇ ਜੀ ਲਓ, ਦਇਆ ਕਰ ਲਓ, ਇੱਕ ਦੂਜੇ ਦਾ ਸਹਿਯੋਗ ਕਰ ਲਓ, ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿ ਲਓ। ਔਰ ਇਹ ਗੁਣਾਂ ਦੇ ਧਾਰਨੀ ਹੋਣ ਨਾਲ, ਇਹੋ ਜਿਹਾ ਸੋਖ ਮਿਲਵਰਤਨ ਰੱਖਣ ਦੇ ਨਾਲ ਕੋਈ ਜ਼ੋਰ ਵੀ ਨਹੀਂ ਲੱਗਦਾ, ਐਨਰਜੀ ਵੀ ਨਹੀਂ ਲੱਗਦੀ ਤੇ ਆਨੰਦ ਵੀ ਬਣਿਆ ਰਹਿੰਦਾ। ਗੁੱਸਾ ਕਰਨ ਵਿੱਚ, ਲੋਭ ਕਰਨ ਵਿੱਚ, ਕ੍ਰੋਧ ਕਰਨ ਵਿੱਚ, ਈਰਖਾ ਕਰਨ ਵਿੱਚ ਐਨਰਜੀ ਵੀ ਜ਼ਿਆਦਾ ਲੱਗਦੀ ਹੈ ਤੇ ਐਨਰਜੀ ਜਾਂਦੀ ਵੀ ਵੇਸਟ ਹੈ ਤੇ ਰਿਜ਼ਲਟ ਵੀ ਗਲਤ ਨਿਕਲਦਾ। ਇਸ ਲਈ ਹੈ ਪ੍ਰਭੂ ਅਠੇ ਪਹਿਰ ਹੀ ਤੂੰ ਗਾਵਣ ਯੋਗ ਹੈ। ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ। ਨਾਉ ਦਾ ਮਤਲਬ ਹੁਕਮ, ਧਿਆਵਣਾ ਦਾ ਮਤਲਬ ਧਿਆਨ ਵਿੱਚ ਰੱਖਣਾ। ਸਾਰੇ ਜੀਵ ਜੰਤ ਤੇਰੇ ਹੀ ਨਾਮ ਨੂੰ ਧਿਆਨ ਵਿੱਚ ਰੱਖਦੇ ਨੇ। ਮਤਲਬ ਇੱਥੇ ਭਾਵ ਲੈਣਾ ਹੈ ਕਿ ਸਾਰੇ ਜੀਵ ਜੰਤ ਤੇਰੇ ਹੁਕਮ ਦੇ ਵਿੱਚ ਹੀ ਤੁਰ ਰਹੇ ਨੇ, ਹੁਕਮ ਤੋਂ ਬਾਹਰ ਨਹੀਂ ਹੈ। ਸਾਰੇ ਜੀਵ ਜਨਤਾ ਨੂੰ ਤੇਰਾ ਹੁਕਮ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਤੇਰੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਤੂੰ ਹੀ ਐਸਾ ਹੈ ਕਿ ਜਿਹਦੇ ਹੁਕਮ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ। ਤਾਂ ਹਰ ਜੀਵ ਜੰਤ ਨੂੰ ਪ੍ਰਭੂ ਦੇ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਚਾਹੀਦੀ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬੀ ਗੁਣ ਆਪਣੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਮੈਂ ਰਜ਼ਾ ਵਿੱਚ ਚੱਲਣਾ ਹੈ, ਰੱਬੀ ਗੁਣਾਂ ਨੂੰ ਮੈਂ ਇੱਕ ਪਲ ਵਾਸਤੇ ਵੀ ਨਹੀਂ ਭੁਲਾਣਾ। ਇਹ ਚੀਜ਼ਾਂ ਹਰ ਵਕਤ ਧਿਆਨ ਦੇ ਅੰਦਰ ਰਹਿਣੀਆਂ ਚਾਹੀਦੀਆਂ ਨੇ। ਇਹੀ ਹੈ ਧਿਆਨ ਲਾਣਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਤੂੰ ਦਾਤਾ ਦੇਣ ਵਾਲਾ ਦਾਤਾ ਹੈ ਔਰ ਇਕੱਲਾ ਤੂੰ ਹੀ ਹੈ ਦਾਤਾ ਦੇਣ ਵਾਲਾ। ਤੇਰਾ ਦਿੱਤਾ ਹੀ ਸਾਰੇ ਜੀਵ ਜੰਤ ਖਾ ਰਹੇ ਨੇ ਔਰ ਤੇਰਾ ਦਿੱਤਾ ਹੀ ਸਾਰਿਆਂ ਨੇ ਖਾਣਾ ਹੈ। ਹੋਰ ਕੋਈ ਦੇਣ ਵਾਲਾ ਹੈ ਨਹੀਂ। ਹੋਰ ਕਿਵੇਂ ਲਓਗੇ ਇੱਥੋਂ ਖਾਣ ਵਾਲੀ ਕੋਈ ਚੀਜ਼? ਰੱਬ ਇਸ ਜਗਤ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਜੋ ਕੁਝ ਵੀ ਹੈ ਇਸ ਜਗਤ ਦੇ ਵਿੱਚੋਂ ਹੀ ਮਿਲਣਾ ਹੈ ਔਰ ਜੋ ਕੁਝ ਵੀ ਹੈ ਰਜ਼ਾ ਔਰ ਭਾਣੇ ਵਿੱਚ ਮਿਲਣਾ ਹੈ। ਤੁਸੀਂ ਕਣਕ ਬੀਜਣੀ ਹੈ, ਮੱਕਾ ਬੀਜਣੀ ਹੈ, ਜੌਂ ਬੀਜਣੇ ਨੇ, ਚਣੇ ਛੋਲੇ ਬੀਜਣੇ ਨੇ, ਝੋਨਾ ਲਾਣਾ ਹੈ,
ਤੁਸੀਂ ਸੇਬਾਂ ਦੇ, ਅੰਗੂਰਾਂ ਦੇ, ਖਜੂਰਾਂ ਦੇ, ਕੇਲਿਆਂ ਦੇ ਜਾਂ ਹੋਰ ਫਰੂਟ ਦੇ ਬਾਗ ਲਗਾਣੇ ਨੇ ਤਾਂ ਇਹ ਸਿਸਟਮ ਦੇ ਵਿੱਚ ਹੀ ਹੈ ਸਾਰਾ। ਚਾਹੇ ਜਲ ਜੰਤੂ ਨੇ, ਥਲਚਰ ਨੇ, ਉਭयचर ਨੇ, ਨਭਚਰ ਨੇ, ਜਾਂ ਜਿੰਨੇ ਵੀ ਅੰਡਜ, ਜੇਰਜ, ਸੇਤਜ, ਉਤਪੁਜ ਆਦਿਕ ਜਿੰਨੇ ਵੀ ਜੀਵ ਜੰਤ ਨੇ, ਸਾਰਿਆਂ ਦੀ ਪਾਲਣਾ ਇਸ ਸਿਸਟਮ ਵਿੱਚੋਂ ਹੀ ਹੋ ਰਹੀ ਹੈ। ਹੁਣ ਸਿਸਟਮ ਤੋਂ ਬਾਹਰੋਂ ਅਸੀਂ ਕਿਵੇਂ ਆਪਣੇ ਜੀਵਨ ਨੂੰ ਬਿਤਾ ਸਕਦੇ ਹਾਂ? ਇਸ ਲਈ ਦਾਤਾ ਕੌਣ ਹੋਇਆ? ਇੱਕ ਹੀ ਹੋਇਆ। ਉਹ ਇੱਕ ਸਿਸਟਮ ਦੇ ਅੰਦਰ ਹੀ ਸਾਰਿਆਂ ਨੂੰ ਜੀਵਨ ਮਿਲ ਰਿਹਾ ਹੈ। ਤੇ ਜੇ ਕੋਈ ਕਹੇ ਕੋਈ ਬਾਬਾ ਜਾਂ ਕੋਈ ਜੰਤਰਾਂ ਮੰਤਰਾਂ ਜਾਂ ਕਰਾਮਾਤਾਂ ਵਿੱਚ ਵਿਸ਼ਵਾਸ ਰੱਖਣ ਵਾਲਾ ਕਿ ਕਰਾਮਾਤ ਕਰਕੇ ਸਿਸਟਮ ਤੋਂ ਉਲਟ ਵੀ ਕੋਈ ਦੇ ਸਕਦਾ ਹੈ, ਤਾਂ ਐਸਾ ਨਾ ਕਦੇ ਹੋਇਆ ਹੈ ਔਰ ਨਾ ਹੀ ਕਦੇ ਹੋਏਗਾ। ਕੋਈ ਕਰਾਮਾਤ ਬਾਬਾ ਵਰਤਾ ਦੇਵੇ ਕਿ ਤੁਹਾਨੂੰ ਖੇਤੀਬਾੜੀ ਕਰਨ ਦੀ ਕੋਈ ਲੋੜ ਨਹੀਂ, ਤੁਹਾਡੇ ਘਰ ਸਵੇਰੇ 6 ਵਜੇ ਪਰੌਂਠੇ ਪਹੁੰਚ ਜਾਣ ਕਰਨਗੇ, 11 ਵਜੇ ਸ਼ਾਇਦ ਦੁਪਹਿਰ ਦਾ ਲੰਗਰ ਤੇ ਰਾਤ ਦਾ ਲੰਗਰ ਤੁਹਾਡੇ ਘਰ ਪਹੁੰਚ ਜਾਇਆ ਕਰੇਗਾ, ਬਿਲਕੁਲ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਕਦੇ ਐਸਾ ਹੋ ਸਕਦਾ ਕਿ ਕਰਾਮਾਤ ਨਾਲ ਬਿਨਾਂ ਪਰੌਂਠੇ ਪਕਾਉਣ ਤੋਂ, ਬਿਨਾਂ ਸਬਜ਼ੀ ਭਾਜੀ ਬਣਾਉਣ ਤੋਂ, ਬਿਨਾਂ ਫਸਲਾਂ ਬੀਜਣ ਤੋਂ, ਬਿਨਾਂ ਕੰਮ ਕਰਨ ਤੋਂ ਕੋਈ ਕਰਾਮਾਤ ਨਾਲ ਐਵੇਂ ਕਰ ਸਕਦਾ? ਬਿਲਕੁਲ ਵੀ ਨਹੀਂ। ਤਾਂ ਫਿਰ ਦਾਤਾ ਇੱਕ ਹੀ ਹੋਇਆ ਨਾ। ਜੇ ਇਹ ਚੀਜ਼ ਸਮਝ ਵਿੱਚ ਆ ਜਾਏ ਔਰ ਲੋਕ ਇਹਦੇ ਤੇ ਅਮਲ ਕਰ ਲੈਣ, ਤਾਂ ਜੋ ਧਰਮ ਦੇ ਨਾਮ ਦੇ ਉੱਤੇ, ਕਰਾਮਾਤਾਂ ਦੇ ਨਾਮ ਤੇ, ਕਿਸਮਤ ਦੇ ਨਾਮ ਤੇ, ਜੋਤਿਸ਼ ਦੇ ਨਾਮ ਤੇ, ਜੰਤਰਾਂ ਮੰਤਰਾਂ ਦੇ ਨਾਮ ਤੇ, ਵਰ ਔਰ ਸਰਾਪਾਂ ਦੇ ਨਾਮ ਤੇ ਲੁੱਟ ਖਸੁੱਟ ਹੁੰਦੀ ਹੈ ਨਾ, ਸਰੀਰਕ ਔਰ ਮਾਨਸਿਕ ਲੁੱਟ ਖਸੁੱਟ ਹਟ ਜਾਏਗੀ। ਉਹਦੇ ਤੋਂ ਲੋਕ ਬਚ ਜਾਣਗੇ ਔਰ ਲੋਕ ਸੌਖੇ ਸੁਖਾਲੇ ਹੋ ਜਾਣਗੇ। हे ਪ੍ਰਭੂ, ਇੱਕ ਤੂੰ ਹੀ ਦਾਤਾ ਹੈ, ਦੇਣ ਵਾਲਾ ਹੈ, ਤੇਰਾ ਦਿੱਤਾ ਹੀ ਸਾਰੇ ਜੀਵ ਜਨਤਾ ਨੇ ਖਾਣਾ ਹੈ, ਇਸ ਹੁਕਮ ਤੋਂ ਬਾਹਰ ਨਹੀਂ। ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਭਗਤ ਜਨ ਕੌਣ ਨੇ? ਜੋ ਰੱਬ ਦੇ ਪਿਆਰੇ ਨੇ। ਹੁਣ ਜੇ ਪੁੱਛਿਆ ਜਾਏ ਭਗਤ ਕੌਣ ਹੈ, ਤਾਂ ਦੇਖੋ ਬਾਬਾ ਫਰੀਦ ਜੀ ਦੇ ਸ਼ਲੋਕ ਸਾਰਿਆਂ ਨੂੰ ਸਾਨੂੰ ਯਾਦ ਹੀ ਨਾ, ਮਤ ਹੁੰਦੀ ਹੋਏ ਧਿਆਣਾ, ਤਾਣ ਹੁੰਦੇ ਹੋਏ ਨੇ ਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਉਹੀ ਹੈ ਨਾ, ਗੁਣ ਕਹੇ ਗੁਣੀ ਸਮਾਵਣਿਆ, ਜੋ ਗੁਣਾਂ ਨੂੰ ਗਾਉਂਦਾ ਗੁਣੀ ਵਿੱਚ ਹੀ ਸਮਾ ਗਿਆ ਹੈ। ਭਗਤ ਉਹੀ ਹੈ ਨਾ, ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਵਿਣ ਗੁਣ ਕੀਤੇ ਭਗਤ ਨਾ ਹੋ। ਤਾਂ ਜੋ ਤੇਰੀ ਰਜਾ ਵਿੱਚ ਤੁਰਨ ਵਾਲੇ ਸਚਿਆਰ ਪੁਰਸ਼ ਨੇ, ਉਹਨਾਂ ਦੀ ਸੰਗਤ ਕਰਕੇ ਪਾਪ ਦੂਰ ਕੀਤੇ ਜਾ ਸਕਦੇ ਨੇ, ਪਾਪਾਂ ਤੋਂ ਬਚਿਆ ਜਾ ਸਕਦਾ ਹੈ। ਤੇਰੇ ਭਗਤਾਂ ਦੀ ਸੰਗਤ ਵਿੱਚ ਸਾਰੇ ਜੀਵ ਆਪਣੇ ਪਾਪ ਦੂਰ ਕਰਦੇ ਨੇ ਜਾਂ ਕਰ ਸਕਦੇ ਨੇ। ਹੁਣ ਜਿਹੜੇ ਸਚਿਆਰ ਪੁਰਸ਼ ਨੇ, ਜੋ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਬੇਸ ਬਣਾਉਂਦੇ ਨੇ, ਜੋ ਮਨ ਬਚਨ ਕਰਮ ਕਰਕੇ ਰੱਬੀ ਰਜਾ ਵਿੱਚ ਤੁਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਪਾਪ ਨਹੀਂ ਹੈ। ਉਹਨਾਂ ਦੇ ਜੀਵਨ ਵਿੱਚ ਜੋ ਕੁਝ ਵੀ ਹੈ ਉਹ ਸਾਰਾ ਕੁਝ ਸ਼ੁਭ ਹੈ, ਚੰਗਾ ਹੈ, ਭਲਾ ਹੈ। ਤੇ ਜਿਹੜਾ ਐਸੇ ਬੰਦਿਆਂ ਦੀ ਸੰਗਤ ਕਰੇਗਾ, ਐਸੇ ਬੰਦਿਆਂ ਤੋਂ ਜੀਵਨ ਜੁਗਤ ਸਿੱਖੇਗਾ, ਉਹਨਾਂ ਦੇ ਨਾਲ ਮਿਲ ਕੇ ਚੱਲੇਗਾ, ਤਾਂ ਉਹਦੇ ਪਾਪ ਆਟੋਮੈਟਿਕਲੀ ਗੁਆਚ ਜਾਣਗੇ, ਕਿਉਂਕਿ ਚੰਗੀ ਸੰਗਤ ਦੇ ਵਿੱਚੋਂ ਚੰਗਾ ਕੁਝ ਸਿੱਖਣ ਨੂੰ ਮਿਲਦਾ ਹੈ। ਜਦ ਨਾਨਕ ਸਦ ਬਲਿਹਾਰੈ ਬਲਬਲ ਜਾਵਣਾ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ हे ਮਾਲਕ, ਮੈਂ ਸਦਾ ਹੀ ਤੇਰੇ ਤੋਂ ਔਰ ਤੇਰੇ ਪਿਆਰਿਆਂ ਤੋਂ ਵਾਰਨੇ, ਸਦਕੇ ਔਰ ਬਲਿਹਾਰ ਹੁੰਦਾ ਹਾਂ। ਤੇਰੇ ਤੋਂ ਬਲਿਹਾਰ ਹਾਂ, ਤੇਰੇ ਤੋਂ ਕੁਰਬਾਨ ਹਾਂ, ਤੇਰੀ ਰਜਾ ਵਿੱਚ ਤੁਰਦਾ ਹਾਂ ਔਰ ਤੇਰੇ ਪਿਆਰਿਆਂ ਦਾ ਮੈਂ ਮਾਣ ਆਦਰ ਔਰ ਸਤਿਕਾਰ ਕਰਦਾ ਹਾਂ, ਉਹਨਾਂ ਦੀ ਮੈਂ ਸੰਗਤ ਕਰਨੀ ਲੋਚਦਾ ਹਾਂ। हे ਮਾਲਕ, ਮੈਂ ਸਦਾ ਹੀ ਤੇਰੇ ਤੋਂ ਬਲਿਹਾਰ, ਤੇਰੇ ਤੋਂ ਕੁਰਬਾਨ ਔਰ ਵਾਰਨੇ, ਸਦਕੇ। ਸ਼ਲੋਕ ਮਹਿਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਮੱਧਮ ਨਹੀਂ ਪੜਨਾ, ਧੱਦੇ ਦੇ ਨਾਲ ਸਿਹਾਰੀ ਲੱਗੀ ਹੈ, ਮਧਿਮ। ਮਧਿਮ ਦਾ ਮਤਲਬ ਨਿੰਮੀ, ਭੈੜੀ ਮਤ। ਜਿਵੇਂ ਅਸੀਂ ਕਹਿੰਦੇ ਲਾਈਟ ਬੜੀ ਮਧਮ ਜੀ ਜਗਦੀ ਹੈ, ਨਿੰਮੀ ਜੀ, ਜਿਹਦਾ ਕੋਈ ਚਾਨਣਾ ਨਾ ਖਾਸ ਹੁੰਦਾ ਹੋਵੇ, ਭੈੜੀ ਮਤ। ਇੱਥੇ ਮਧਿਮ ਦਾ ਮਤਲਬ ਭੈੜੀ ਮਤ। ਅੰਤਰ ਅਗਿਆਨ ਭਈ ਮਤ ਮਧਿਮ, ਸਤਿਗੁਰ ਕੀ ਪ੍ਰਤੀਤ ਨਾਹੀ। ਜਿਨ੍ਹਾਂ ਨੂੰ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ, ਜਿਨ੍ਹਾਂ ਨੂੰ ਗੁਰੂ ਤੇ ਵਿਸ਼ਵਾਸ ਨਹੀਂ, ਯਕੀਨ ਨਹੀਂ, ਯਾਨੀ ਜੋ ਗੁਰੂ ਗਿਆਨ ਉੱਤੇ ਵਿਸ਼ਵਾਸ ਨਹੀਂ ਕਰਦੇ, ਜੋ ਗਿਆਨ ਦੇ ਧਾਰਨੀ ਨਹੀਂ ਹਨ, ਜੋ ਯੂਨੀਵਰਸਲ ਟਰੁੱਥ ਦੇ ਉੱਤੇ ਵੀ ਆਪਣਾ ਵਿਸ਼ਵਾਸ ਨਹੀਂ ਬਣਾਉਂਦੇ, ਜੋ ਆਪ ਹੁਦਰੇ ਨੇ, ਉਹਨਾਂ ਦੇ ਮਨ ਵਿੱਚ ਅਗਿਆਨ ਹੈ। ਭਈ ਮਤ ਮਧਿਮ, ਉਹਨਾਂ ਦੀ ਜਿਹੜੀ ਅਕਲ ਹੈ ਉਹ ਹੋਛੀ ਹੈ।
और सतगुरु के उत्ते सिदक भी नहीं, विश्वास भी नहीं। एक ते अकल होछी, एक अज्ञान, और तीजा गुरु ते विश्वास भी नहीं। हुण ऐसे लोगों का की बन सकता है? जे अकल भी भैड़ी होवे, अज्ञान भी होवे, पर जे गुरु ते यकीन बन जाए कि गुरु जी ठीक कह रहे हैं, तो फिर ज्ञान भी हो सकता है, क्योंकि विश्वास करेगा बंदा, गुरबाणी अनुसार जिंदगी जीवेगा, तो अकल भी बदल जाएगी, मन भी बदल जाएगा, बुद्ध बदल जाएगी, सोच बदल जाएगी, बोल बदल जाएंगे, बिहेवियर बदल जाएगा, पर विश्वास ही नहीं। अंदर अज्ञान है मनमुख दे, मत ओदी होछी है, गुरु दे उत्ते विश्वास नहीं है, ते जिंदगी किवें ओदी बीतदी है? अंदर कपट, सब कपटो कर जाने, कपटे खपे खपाही। अंदर कपट, ऐसे मनुखों के अंदर कपट हुंदा है, छल हुंदा है, धोखा करता है सब बंदा, जिन्हां दे अंदर अज्ञानता है, मत भैड़ी है, गुरु ते विश्वास नहीं, फिर उन्हां दे अंदर ना छल और कपट होएगा, छल और कपट करनगे। और ऐसे लोग ही छल कपट कर रहे हैं, चाहे वो कोई रिश्वत ले रहा है, जां डुप्लीकेट दवाइयां बेचता है, जां खाण पीण वाले पदार्थां दे विच मिलावट करता है, जां चोरी करता है, बेईमानी करता है, ठगी करता है, विचार कमांदा है, 2 नंबर दे धंधे करता है, कपट ही है ना। पर इत्थे बस नहीं, अपने ਉਹਦੇ अंदर कपट है, दूजियां दे नाल छल करता है, धोखा करता है, सब कपटो कर जाने, ते ਉਹ सारा धोखा ही वरतदा वेखदा है कि सारे ही कपटी ने, सारे ही छल और फरेब करने वाले ने, वो दूजियां नूं भी छल फरेब करने वाले ही समझदा, क्योंकि जो कुछ अंदर होएगा वो बाहर दिसेगा। गुरु जी का पावन बाणी दे अंदर बचन है ना, सुखीए को पेखै सब सुखिया, रोगी कै भाने सब रोग। जिहड़ा ईमानदार बंदा है ना, सच्चा बंदा ईमानदार, ਉਹਦਾ एक बहुत ਵੱਡਾ ਵਿਚਾਰੇ ਦਾ ਦੋਸ਼ ਵੀ ਹੁੰਦਾ ਹੈ, ਉਹਦਾ ਗੁਣ ਹੀ ਬੜਾ ਵੱਡਾ ਦੋਸ਼ ਬਣ ਜਾਂਦਾ ਹੈ, ਉਹਦਾ ਗੁਣ ਹੀ ਉਹਦੇ ਵਾਸਤੇ ਇੱਕ ਸਜ਼ਾ ਬਣ ਜਾਂਦੀ ਹੈ। ਕਿਉਂਕਿ ਜਿਹੜਾ ਸੱਚਾ ਬੰਦਾ ਹੈ ਨਾ, ਉਹਦੀ ਇੱਕ ਪ੍ਰੋਬਲਮ ਹੈ, ਉਹ ਸਾਰਿਆਂ ਤੇ ਹੀ ਵਿਸ਼ਵਾਸ ਕਰ ਲੈਂਦਾ, ਕਿਉਂਕਿ ਉਹਦੇ ਆਪਣੇ ਅੰਦਰ ਸੱਚ ਹੈ। ਉਹਨੂੰ ਜੋ ਤੁਸੀਂ ਕਹੋਗੇ ਉਹ ਤੁਹਾਡੇ ਤੇ ਵਿਸ਼ਵਾਸ ਕਰ ਲੈ ਕਿ ਇਹ ਬੰਦਾ ਠੀਕ ਕਹਿ ਰਿਹਾ ਹੈ, ਔਰ ਬਾਰ-ਬਾਰ ਛਲਿਆ ਜਾਂਦਾ। ਐਸੇ ਬੜੇ ਲੋਕ ਨੇ ਜਿਹੜੇ ਬਾਰ-ਬਾਰ ਛਲੇ ਜਾਂਦੇ ਨੇ, ਬਾਰ-ਬਾਰ ਠੱਗੇ ਜਾਂਦੇ ਨੇ, ਇੱਕ ਹੀ ਬੰਦਾ ਦੁਬਾਰਾ ਠੱਗ ਜਾਂਦਾ। ਉਹਦਾ ਰੀਜ਼ਨ ਕੀ ਹੈ ਕਿ ਉਹ ਬੰਦੇ ਸੱਚੇ ਸੁੱਚੇ ਹੁੰਦੇ ਨੇ, ਭੋਲੇ ਹੁੰਦੇ ਨੇ, ਦੂਜਿਆਂ ਤੇ ਵਿਸ਼ਵਾਸ ਕਰ ਲੈਂਦੇ ਨੇ ਕਿ ਜੋ ਕੁਛ ਇਹ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ, ਬਾਰ-ਬਾਰ ਛਲੇ ਜਾਂਦੇ ਨੇ। ਤੇ ਜਿਹੜਾ ਕਪਟੀ ਬੰਦਾ ਹੈ, ਛਲ ਕਰਨ ਵਾਲਾ, ਉਹ ਇਹ ਸਮਝਦਾ ਹੈ ਕਿ ਦੂਜੇ ਵੀ ਛਲ ਕਰਨ ਵਾਲੇ ਹੀ ਨੇ, ਦੂਜੇ ਵੀ ਕਪਟ ਕਰਨ ਵਾਲੇ ਨੇ। ਉਹਨਾਂ ਦੀ ਬਿਰਤੀ ਇਹ ਵੀ ਹੁੰਦੀ ਹੈ, ਅੰਦਰ ਕਪਟ, ਸਭ ਕਪਟੋ ਕਰ ਜਾਣੇ, ਮਨਮੁਖ ਦੇ ਮਨ ਵਿੱਚ ਧੋਖਾ ਹੈ, ਧੋਖਾ ਹੋਣ ਕਰਕੇ ਸੰਸਾਰ ਵਿੱਚ ਵੀ ਉਹ ਸਾਰਾ ਧੋਖਾ ਵਰਤਦਾ ਹੀ ਸਮਝਦਾ ਹੈ। ਆਮ ਅਸੀਂ ਸੁਣਦੇ ਆ ਨਾ, ਦੁਨੀਆ ਬੜੀ ਬੁਰੀ ਹੈ, ਇੱਥੇ ਲੋਕ ਪਾਪੀ ਅਪਰਾਧੀ ਨੇ, ਇੱਥੇ ਕਿਸੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਇੱਥੇ ਕੋਈ ਕਿਸੇ ਦਾ ਨਹੀਂ ਹੈ। ਇਹ ਬੋਲ ਅਸੀਂ ਕਿਉਂ ਬੋਲ ਰਹੇ ਹਾਂ? ਕਿਉਂਕਿ ਸਾਡੇ ਆਪਣੇ ਅੰਦਰ ਵੀ ਐਸੀਆਂ ਬਿਰਤੀਆਂ ਮੌਜੂਦ ਨੇ, ਸਾਨੂੰ ਆਪਣਾ ਆਪਾ ਬਾਹਰ ਦਿਸ ਰਿਹਾ ਹੈ। ਨਹੀਂ ਤਾਂ ਸਾਰੇ ਦੁਨੀਆ ਵਿੱਚ ਤਾਂ ਛਲ ਔਰ ਕਪਟੀ ਨਹੀਂ ਨਾ ਹੈਗੇ, ਇੱਥੇ ਹੈਨ ਚੰਗੇ ਵੀ ਹੈ ਨੇ, ਬੇਸ਼ੱਕ ਵਿਰਲੇ ਨੇ, ਹੈਨ ਵਿਰਲੇ ਨਾ ਹੀ ਕਣੇ ਫੈਲ ਫਕਰ ਸੰਸਾਰ, ਕਪਟੇ ਖਪੇ ਖਪਾਹੀ। ਤੇ ਐਸੇ ਜੋ ਮਨਮੁਖ ਬੰਦੇ ਨੇ, ਉਹ ਕਪਟ ਕਰਕੇ, ਖਪੇ ਦਾ ਮਤਲਬ ਖਪਦੇ ਨੇ, ਦੁਖੀ ਹੁੰਦੇ ਨੇ, ਤੇ ਖਪਾਹੀ ਦਾ ਮਤਲਬ ਦੂਜਿਆਂ ਨੂੰ ਹੀ ਦੁਖੀ ਕਰਦੇ ਨੇ। ਜੇ ਤੇ ਉਹ ਆਪ ਹੀ ਦੁਖੀ ਹੁੰਦੇ ਫਿਰ ਵੀ ਕੋਈ ਗੱਲ ਨਹੀਂ ਸੀ, ਵੀ ਚਲੋ ਆਪ ਦੁਖੀ ਨੇ ਨਾ, ਪਰ ਉਹ ਇਕੱਲੇ ਆਪ ਦੁਖੀ ਨਹੀਂ, ਉਹ ਦੂਜਿਆਂ ਨੂੰ ਹੀ ਦੁਖੀ ਕਰਦੇ ਨੇ। ਇਸ ਸੰਸਾਰ ਅੰਦਰ ਜੋ ਦੁੱਖ ਹੈ ਉਹ ਛਲ ਔਰ ਕਪਟ ਕਰਨ ਵਾਲਿਆਂ ਕਰਕੇ। ਮੈਂ ਅੱਜ ਸਵੇਰੇ ਵੀ ਇੱਥੇ ਗੁਰਦੁਆਰਾ ਸਾਹਿਬ ਵੀ ਬੇਨਤੀ ਕਰ ਰਿਹਾ ਸਾਂ ਕਿ ਜੇ ਮੰਦਰ ਵਿੱਚ, ਮਸੀਤ ਵਿੱਚ, ਗੁਰਦੁਆਰਿਆਂ, ਗਿਰਜਿਆਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਧਰਮ ਸਥਾਨ ਸਮਝਦੇ ਹਾਂ ਕਿ ਰੱਬ ਦੇ ਘਰ ਨੇ, ਇੱਥੇ ਵੀ ਤਾਲੇ ਲੱਗੇ ਨੇ ਗੋਲਕਾਂ ਨੂੰ, ਇੱਥੇ ਵੀ ਤਾਲੇ ਲਾਣੇ ਪੈ ਰਹੇ ਨੇ, ਸਿਕਿਉਰਿਟੀ ਅਲਾਰਮ, ਸਿਕਿਉਰਿਟੀ ਕੈਮਰੇ ਲਗਾਉਣੇ ਪੈ ਰਹੇ ਨੇ। ਤਾਂ ਉਹਨਾਂ ਸ਼ਰਧਾਲੂਆਂ ਕਰਕੇ ਨਹੀਂ ਜਿਹੜੇ ਆ ਰਹੇ ਨੇ, ਇਹ ਉਹਨਾਂ ਕਰਕੇ ਨੇ ਜੋ ਛਲ ਔਰ ਕਪਟ ਕਰ ਸਕਦੇ ਨੇ, ਚੋਰੀ ਕਰ ਸਕਦੇ ਨੇ। ਰੱਬ ਦੇ ਘਰ ਵੀ ਸੁਰੱਖਿਅਤ ਨਹੀਂ ਨਾ ਹੈ।
ਕਾਹਦੇ ਕਰਕੇ? ਉਹਨਾਂ ਲੋਕਾਂ ਕਰਕੇ ਜਿਨ੍ਹਾਂ ਦੇ ਅੰਦਰ ਛਲ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੈ। ਹੁਣ ਆਮ ਜਿਹੜੇ ਲੋਕ ਨੇ ਜਿਹਦੇ ਵਿੱਚ ਤੁਸੀਂ ਸਾਰੇ ਸ਼ਾਮਲ ਆ, ਆਪਣੇ ਘਰਾਂ ਦੇ ਵਿੱਚ ਕਿਉਂ ਸਾਨੂੰ ਕੈਮਰੇ ਲਗਾਉਣੇ ਪੈ ਰਹੇ ਨੇ, ਕਿਉਂ ਤਾਲੇ ਲਗਾਉਣੇ ਪੈ ਰਹੇ ਨੇ? ਉਹਨਾਂ ਲੋਕਾਂ ਕਰਕੇ ਜੋ ਛਲ ਔਰ ਕਪਟ ਕਰਨ ਵਾਲੇ ਨੇ, ਚੋਰੀਆਂ ਕਰਨ ਵਾਲੇ ਨੇ, ਉਹ ਦੂਜਿਆਂ ਨੂੰ ਦੁਖੀ ਕਰ ਰਹੇ ਨੇ। ਨਹੀਂ ਤਾਂ ਕੀ ਲੋੜ ਹੈ ਇੰਨਾ ਕੁਛ ਕਰਨ ਦੀ? ਸਿੰਪਲ ਆਪਣਾ ਕੁੰਡਾ ਲਾਇਆ ਔਰ ਕਿਤੇ ਜਿੱਥੇ ਕੰਮ ਤੇ ਜਾਣਾ ਚਲੇ ਗਏ। ਲੇਕਿਨ ਐਸਾ ਹੈ ਨਹੀਂ ਨਾ, ਕਿਉਂਕਿ ਚਫੇਰੇ ਇਹੀ ਕੁਛ ਵਰਤਦਾ ਨਜ਼ਰੀ ਪੈ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਕਪਟ ਹੈ, ਦੂਜਿਆਂ ਵਿੱਚ ਵੀ ਕਪਟ ਵੇਖਦੇ ਨੇ, ਛਲ ਕਪਟ ਕਰਕੇ ਆਪ ਦੁਖੀ ਹੁੰਦੇ ਨੇ ਔਰ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਆਪਣੇ ਸਵਾਏ ਫਿਰਾਹੀ। ਸਤਿਗੁਰ ਦਾ ਭਾਣਾ ਮਤਲਬ ਸਤਿਗੁਰ ਦੀ ਮੱਤ, ਸਤਿਗੁਰ ਦਾ ਹੁਕਮ, ਸਤਿਗੁਰ ਦਾ ਗਿਆਨ। ਸਤਿਗੁਰ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਹੈ। ਭਾਣਾ ਦਾ ਮਤਲਬ ਹੁਕਮ, ਭਾਣਾ ਦਾ ਮਤਲਬ ਇੱਥੇ ਗਿਆਨ, ਗੁਰੂ ਦਾ ਗਿਆਨ, ਗੁਰੂ ਦਾ ਭਾਣਾ, ਗੁਰੂ ਦਾ ਹੁਕਮ ਚੇਤੇ ਹੀ ਨਹੀਂ। ਆਪਣੇ ਸਵਾਏ ਫਿਰਾਹੀ, ਸਵਾਏ ਦਾ ਮਤਲਬ ਸਵਾਰਥ, ਉਹ ਆਪਣੀ ਗਰਜ ਦੇ ਪਿੱਛੇ ਹੀ ਭਟਕਦੇ ਫਿਰਦੇ, ਗੁਰੂ ਦੇ ਭਾਣੇ ਨੂੰ ਨਹੀਂ ਮੰਨਦੇ, ਗੁਰੂ ਦੀ ਆਗਿਆ ਨੂੰ ਨਹੀਂ ਮੰਨਦੇ। ਸਵਾਰਥੀ, ਸੈਲਫਿਸ਼ਨੈਸ, ਸਵਾਰਥ ਕਰਕੇ ਇਸ ਦੁਨੀਆ ਦੇ ਅੰਦਰ ਫਿਰ ਰਹੇ ਨੇ ਔਰ ਭਟਕ ਰਹੇ ਨੇ, ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ। ਔਰ ਇਹ ਸਾਰਾ ਕੁਝ ਕਿਉਂ ਆ ਗਿਆ? ਕਿਉਂਕਿ ਸਤਿਗੁਰ ਕਾ ਭਾਣਾ ਚਿਤ ਨਾ ਆਵੇ, ਗੁਰੂ ਦਾ ਹੁਕਮ ਚੇਤੇ ਹੀ ਨਹੀਂ ਹੈ ਕਿ ਗੁਰੂ ਜੀ ਸਾਨੂੰ ਕਹਿੰਦੇ ਨੇ ਵੀ ਚੋਰੀ ਨਾ ਕਰੋ, ਬੇਈਮਾਨੀ ਨਾ ਕਰੋ, ਠੱਗੀ ਨਾ ਕਰੋ। ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਅੱਖਾਂ ਦੇ ਨਾਲ ਕੀ ਵੇਖੋ, ਜੋ 6 ਗੱਲਾਂ ਅਸੀਂ ਰੋਜ਼ ਸਾਂਝੀਆਂ ਕਰ ਰਹੇ ਹਾਂ, ਉਹ ਚੇਤੇ ਹੀ ਨਹੀਂ ਹੈ। ਆਪਣੇ ਸਵਾਰਥ ਕਰਕੇ ਇਸ ਦੁਨੀਆ ਵਿੱਚ ਭਟਕਦੇ, ਦੁਖੀ ਹੁੰਦੇ ਔਰ ਦੁੱਖ ਫੈਲਾ ਰਹੇ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ। ਸ਼ਬਦ ਦਾ ਮਤਲਬ ਸ਼ਬਦ ਵਿੱਚ, ਸਮਾਹੀ ਦਾ ਮਤਲਬ ਲੀਨ ਹੁੰਦੇ ਨੇ। ਕਿ ਜੇ ਪ੍ਰਭੂ ਆਪਣੀ ਮਿਹਰ ਕਰੇ ਤਾਂ ਉਹ ਗੁਰੂ ਦੇ ਸ਼ਬਦ ਵਿੱਚ ਲੀਨ ਹੁੰਦੇ। ਹੁਣ ਦੇਖੋ, ਇਹ ਮਿਹਰ ਔਰ ਗੁਰੂ ਦਾ ਸ਼ਬਦ ਇੱਕੋ ਜਗ੍ਹਾ ਤੇ ਆ ਰਹੇ ਨੇ। ਗੁਰੂ ਦੇ ਸ਼ਬਦ ਵਿੱਚ ਸਮਾ ਜਾਣਾ ਹੀ ਰੱਬ ਦੀ ਮਿਹਰ ਦੀ ਪ੍ਰਾਪਤੀ ਹੈ। ਰੱਬ ਦੀ ਮਿਹਰ ਹੋ ਗਈ ਤਾਂ ਰਿਜ਼ਲਟ ਕੀ ਨਿਕਲਿਆ? ਗੁਰੂ ਦੇ ਸ਼ਬਦ ਵਿੱਚ ਸਮਾ ਗਏ। ਗੁਰੂ ਦੇ ਸ਼ਬਦ ਵਿੱਚ ਸਮਾ ਗਏ ਤੇ ਰਿਜ਼ਲਟ ਕੀ ਨਿਕਲਿਆ? ਰੱਬ ਦੀ ਮਿਹਰ ਹੋ ਗਈ। ਯਾਨੀ ਗੁਰੂ ਦੇ ਸ਼ਬਦ ਦੀ ਮਹਾਨਤਾ ਹੈ। ਰੱਬੀ ਰਹਿਮਤ ਦੇ ਜੋ ਪਾਤਰ ਨੇ ਉਹ ਗੁਰੂ ਦੇ ਸ਼ਬਦ ਅੰਦਰ ਸਮਾ ਜਾਂਦੇ ਨੇ। ਹੁਣ ਸ਼ਬਦ ਦਾ ਮਤਲਬ ਹੈ ਉਪਦੇਸ਼, ਸ਼ਬਦ ਦਾ ਮਤਲਬ ਵਿਚਾਰਧਾਰਾ, ਸ਼ਬਦ ਦਾ ਮਤਲਬ ਗੁਰੂ ਦੀ ਸੋਚ। ਗੁਰੂ ਦੀ ਸੋਚ ਦੇ ਅੰਦਰ ਆਪਣੀ ਸੋਚ ਨੂੰ ਲੀਨ ਕਰਨਾ ਹੈ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ ਹੈ। ਇਹਨੂੰ ਕਹਿੰਦੇ ਨੇ ਸ਼ਬਦ ਵਿੱਚ ਸਮਾਣਾ। ਤਾਂ ਰੱਬੀ ਰਹਿਮਤ ਦੇ ਪਾਤਰ ਬਣਨ ਵਾਲੇ ਲੋਕ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦੇ ਨੇ, ਆਪਣੀ ਸੋਚ ਨੂੰ ਛੱਡ ਦਿੰਦੇ ਨੇ। ਤਾਂ ਪਿਛਲੀ ਪ੍ਰੋਬਲਮ ਦਾ ਸੋਲੂਸ਼ਨ ਦੱਸ ਰਹੇ ਨੇ ਕਿ ਜੋ ਛਲ ਕਰਨ ਵਾਲੇ ਨੇ, ਕਪਟ ਕਰਨ ਵਾਲੇ ਨੇ, ਜੋ ਆਪ ਵੀ ਦੁਖੀ ਨੇ, ਜੋ ਸੰਸਾਰ ਨੂੰ ਵੀ ਦੁਖੀ ਕਰ ਰਹੇ ਨੇ, ਉਹਨਾਂ ਨੂੰ ਬਦਲਿਆ ਜਾ ਸਕਦਾ ਹੈ। ਉਹ ਸੁਖੀ ਹੋ ਸਕਦੇ ਨੇ, ਉਹ ਸੰਸਾਰ ਨੂੰ ਵੀ ਸੁਖ ਦੇਣ ਵਾਲੇ ਹੋ ਸਕਦੇ ਨੇ ਜੇ ਉਹ ਗੁਰੂ ਦੇ ਸ਼ਬਦ ਦੇ ਧਾਰਨੀ ਹੋ ਜਾਣ, ਜੇ ਉਹ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਣ, ਜੇ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਣ। ਮਹਿਲਾ ਚੌਥਾ, ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹਿ। ਵਿਆਪੇ ਦਾ ਮਤਲਬ ਗ੍ਰਸੇ ਹੋਏ, ਮਨਮੁਖ ਦਾ ਮਤਲਬ ਆਪ ਹੁਦਰੇ। ਆਪ ਹੁਦਰੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਮਾਇਆ ਮੋਹ ਵਿਆਪੇ ਦਾ ਮਤਲਬ ਮਾਇਆ ਮੋਹ ਵਿੱਚ ਗ੍ਰਸੇ ਹੋਏ ਨੇ। ਜੋ ਆਪ ਹੁਦਰਾ ਮਨੁੱਖ ਹੈ ਉਹ ਮਾਇਆ ਦੇ ਮੋਹ ਵਿੱਚ, ਮਾਇਆ ਦੀ ਪਕੜ ਦੇ ਅੰਦਰ ਗ੍ਰਸਿਆ ਹੋਇਆ ਹੈ। ਤੇ ਮਾਇਆ ਕੀ ਹੈ? ਇਹਨੂੰ ਆਪਾਂ ਸਾਰੇ ਹੁਣ ਤਾਂ ਚੰਗੀ ਤਰ੍ਹਾਂ ਸਮਝਦੇ ਹਾਂ। ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਔਰਤ ਨਹੀਂ ਹੈ। ਮਾਇਆ ਦਾ ਮਤਲਬ ਇੱਕ ਸੋਚ ਹੈ। ਉਹ ਸੋਚ ਜੋ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ। ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ, ਮੋਹ, ਸਵਾਰਥ ਪੈਦਾ ਕਰਦੀ ਹੈ। ਉਹ ਸੋਚ ਦਾ ਨਾਮ ਮਾਇਆ ਹੈ। ਤੇ ਇਸ ਸੋਚ ਦੇ ਮੋਹ ਦੇ ਅੰਦਰ ਮਨ ਦੇ ਪਿੱਛੇ ਤੁਰਿਆ ਹੋਇਆ, ਗ੍ਰਸਿਆ ਹੋਇਆ ਹੈ।
ਇਹ ਸੋਚ ਹੀ ਸਾਰੀ ਪ੍ਰੋਬਲਮ ਦਾ ਜਿਹੜਾ ਹੈ ਨਾ ਬੀਜ ਹੈ ਜਾਂ ਜੜ ਹੈ। ਇਹ ਸੋਚ ਦੇ ਵਿੱਚੋਂ ਹੀ ਸਾਰਾ ਕੁਝ ਉਪਜ ਰਿਹਾ ਹੈ। ਤੇ ਜਿਹੜਾ ਆਪ ਖੁਦਰਾ ਮਨੁੱਖ ਹੈ ਉਹ ਇਸ ਸੋਚ ਦੇ ਵਿੱਚ ਗਰਸਿਆ ਹੋਇਆ ਹੈ। ਦੂਜੇ ਭਾਏ ਦਾ ਮਤਲਬ ਇਹ ਸੋਚ ਦੇ ਅੰਦਰ ਉਹਦੀ ਪ੍ਰੀਤ ਹੈ, ਵਿਕਾਰਾਂ ਵਿੱਚ ਪ੍ਰੀਤ ਹੈ, ਆਪ ਖੁਦਰੇ ਦੀ ਮੇਰ ਤੇਰ ਦੇ ਵਿਤਕਰਿਆਂ ਵਿੱਚ ਪ੍ਰੀਤ ਹੈ। ਮਨੁਆ ਥਿਰਨਾ ਹੈ ਤੇ ਉਹਦਾ ਮਨ ਟਿਕਾਣੇ ਨਹੀਂ ਹੈ, ਉਹਦਾ ਮਨ ਇੱਕ ਥਾਂ ਟਿਕਦਾ ਨਹੀਂ। ਮਨ ਥਿਰ ਨਾ ਹੋਣ ਦਾ ਮਤਲਬ ਕਿ ਉਹਨਾਂ ਦੇ ਮਨ ਦਾ ਜਾਂ ਉਹਨਾਂ ਦੇ ਜੀਵਨ ਦਾ ਗੋਲ ਸੱਚ ਨਹੀਂ ਬਣਿਆ ਹੋਇਆ। ਉਹਨਾਂ ਦਾ ਮਨ ਸਚਿਆਰ ਹੋਣ ਵਿੱਚ ਟਿਕਦਾ ਹੀ ਨਹੀਂ। ਉਹਨਾਂ ਨੇ ਆਪਣੇ ਮਨ ਦਾ ਗੋਲ, ਆਪਣੇ ਜੀਵਨ ਦਾ ਗੋਲ ਸੱਚ ਨੂੰ ਬਣਾਇਆ ਹੀ ਨਹੀਂ। ਅੰਦਰ ਮਾੜੀ ਸੋਚ, ਉਸ ਸੋਚ ਦੇ ਗਰਸੇ ਹੋਏ, ਸੱਚ ਨੂੰ ਛੱਡ ਕੇ ਦਵੈਤ ਦੇ ਨਾਲ ਪਿਆਰ ਹੈ ਤੇ ਮਨ ਜਿਹੜਾ ਹੈ ਸੱਚ ਦੇ ਉੱਤੇ ਕਦੇ ਵੀ ਨਹੀਂ ਟਿਕਦਾ। ਉਹਨਾਂ ਦਾ ਮਨ ਵਿਕਾਰਾਂ ਦੇ ਅੰਦਰ ਹਮੇਸ਼ਾ ਖਚਤ ਰਹਿੰਦਾ ਹੈ। ਤੇ ਉਹਨਾਂ ਨੂੰ ਮਿਲਦਾ ਕੀ ਹੈ? ਜੀਵਨ ਦਾ ਰਿਜ਼ਲਟ ਕੀ ਨਿਕਲਦਾ ਹੈ? ਅਨ ਦਿਨ ਜਲਤ ਰਹੇ ਦਿਨ ਰਾਤੀ, ਹਉਮੈ ਖਪਹਿ ਖਪਾਹੀ। ਹਉਮੈ ਖਪਹਿ ਖਪਾਹੇ, ਖਪਾਹੀ ਨਹੀਂ ਸੌਰੀ ਖਪਾਹੇ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉਮੈ ਖਪਹਿ ਖਪਾਹੇ। ਅਨ ਦਿਨ ਦਾ ਮਤਲਬ ਦਿਨ ਰਾਤ, ਹਰ ਵੇਲੇ। ਦਿਨ ਰਾਤੀ ਦਾ ਮਤਲਬ ਦਿਨ ਰਾਤ। ਜਲਤ ਰਹੇ ਦਾ ਮਤਲਬ ਸੜਦੇ ਰਹਿੰਦੇ ਨੇ। ਐਸੇ ਲੋਕ ਦਿਨ ਰਾਤ ਵਿਕਾਰਾਂ ਦੇ ਅੰਦਰ ਸੜਦੇ ਰਹਿੰਦੇ ਨੇ। ਕਦੇ ਕ੍ਰੋਧ ਦੀ ਅੱਗ ਅੰਦਰ ਬਲ ਰਹੀ ਹੈ, ਕਦੇ ਮੋਹ ਦੀ ਅੱਗ ਬਲ ਰਹੀ ਹੈ, ਕਦੇ ਲੋਭ ਦੀ, ਕਦੇ ਪਾਪਾਂ ਦੀ, ਵਿਕਾਰਾਂ ਦੀ। ਸੜ ਰਹੇ ਨੇ, ਹਰ ਵਕਤ ਸੜ ਰਹੇ ਨੇ। ਔਰ ਕਈ ਵਾਰ ਬਿਨਾਂ ਮਤਲਬ ਤੋਂ ਹੀ ਬੰਦਾ ਸੜ ਰਿਹਾ ਹੈ। ਜਿਵੇਂ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ, ਗੁਆਂਢੀਆਂ ਨੇ ਘਰ ਵੱਡਾ ਲੈ ਲਿਆ ਤੇ ਸੜ ਕੇ ਮੈਂ ਮਰ ਰਿਹਾ। ਹਾਲਾਂਕਿ ਮੋਰਗੇਜ ਉਹਨਾਂ ਨੇ ਭਰਨੀ ਹੈ, ਕਿਸ਼ਤਾਂ ਉਹਨਾਂ ਦੇਣੀਆਂ ਨੇ, ਬਿਜਲੀ ਦਾ ਬਿੱਲ ਉਹਨਾਂ ਭਰਨਾ ਹੈ, ਮੇਨਟੇਨ ਉਹਨਾਂ ਕਰਨਾ ਹੈ, ਤੇ ਸੜਦਾ ਮੈਂ ਫਿਰਦਾ ਬਿਨਾਂ ਮਤਲਬ ਤੋਂ। ਤਾਂ ਐਸੇ ਜੋ ਮਨਮੁਖ ਲੋਕ ਨੇ ਉਹ ਦਿਨ ਰਾਤ ਹਰ ਵਕਤ ਵਿਕਾਰਾਂ ਦੇ ਅੰਦਰ ਸੜਦੇ ਰਹਿੰਦੇ ਨੇ। ਹਉਮੈ ਖਪੇ ਹੈ, ਹਉਮੈ ਦੇ ਕਾਰਨ ਖਪਦੇ ਨੇ, ਦੁਖੀ ਹੁੰਦੇ ਨੇ। ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ ਕਰਕੇ ਦੁਖੀ ਨੇ ਜਾਂ ਸੁਪਰੀਓਰਿਟੀ ਕੰਪਲੈਕਸ ਕਰਕੇ ਦੁਖੀ ਨੇ। ਦੁਖੀ ਨੇ ਤੇ ਕੱਲੇ ਦੁਖੀ ਨਹੀਂ, ਖਪਾਹੇ ਦੂਜਿਆਂ ਨੂੰ ਦੁਖੀ ਕਰਦੇ ਹਉਮੈ ਦੇ ਕਾਰਨ। ਔਰ ਹਕੀਕਤ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਈਗੋ ਹੁੰਦੀ ਹੈ ਨਾ ਤਾਂ ਉਹ ਆਪ ਸ਼ਾਂਤ ਨੇ, ਨਾ ਉਹ ਦੂਜਿਆਂ ਨੂੰ ਸ਼ਾਂਤ ਰਹਿਣ ਦੇਣਗੇ। ਐਸੇ ਲੋਕ ਖਾਸ ਕਰਕੇ ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਉਹਨਾਂ ਦੇ ਨਾਲ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ। ਦੁਹਾਈ ਖੁਦਾ ਦੀ, ਬਹੁਤ ਔਖਾ ਹੋ ਜਾਂਦਾ ਹੈ। ਜੇ ਪਰਿਵਾਰ ਦੇ ਵਿੱਚ ਕੋਈ ਐਸਾ ਮੈਂਬਰ ਪੈਦਾ ਹੋ ਜਾਏ ਨਾ ਇਸ ਵਿਕਾਰ ਦਾ, ਉਹਦੇ ਨਾਲ ਰਹਿਣਾ ਕਿੰਨਾ ਔਖਾ ਹੈ। ਕਿਉਂ? ਕਿ ਉਹ ਦੂਜਿਆਂ ਨੂੰ ਹਮੇਸ਼ਾ ਨੀਵਾਂ ਵਿਖਾਏਗਾ, ਉਹ ਹਮੇਸ਼ਾ ਦੂਜਿਆਂ ਦੇ ਵਿੱਚ ਦੋਸ਼ ਲੱਭੇਗਾ। ਉਹ ਕੇਵਲ ਆਪਣੀ ਭਾਵਨਾ ਦਾ ਸਤਿਕਾਰ ਕਰਦਾ ਹੈ, ਦੂਜੇ ਦੀ ਭਾਵਨਾ ਦਾ ਸਤਿਕਾਰ ਨਹੀਂ ਕਰਦਾ। ਉਹਦੀ ਭਾਵਨਾ ਦੇ ਖਿਲਾਫ ਨਿੱਕੀ ਜੀ ਵੀ ਗੱਲ ਕਹੋਗੇ ਉਹ ਤੁਹਾਡੇ ਨਾਲ ਲੜਨ ਮਰਨ ਵਾਸਤੇ ਤਿਆਰ ਹੋ ਜਾਏਗਾ। ਐਸੇ ਲੋਕ ਇੱਕ ਪਲ ਦੇ ਅੰਦਰ ਹੀ ਆਪਣਾ ਮਿੱਤਰ ਕਿਸੇ ਨੂੰ ਬਣਾ ਲੈਂਦੇ ਨੇ, ਇੱਕ ਪਲ ਵਿੱਚ ਹੀ ਕਿਸੇ ਨੂੰ ਦੁਸ਼ਮਣ ਬਣਾ ਲੈਂਦੇ ਨੇ। ਤੇ ਐਸੇ ਲੋਕਾਂ ਦੇ ਨਾਲ ਰਹਿਣਾ ਕੋਈ ਸੌਖਾ ਹੈ? ਉਹ ਆਪ ਵੀ ਖਪਦੇ ਨੇ, ਦੂਜਿਆਂ ਨੂੰ ਵੀ ਖਪਾਉਂਦੇ ਨੇ। ਅੰਤਰ ਲੋਭ ਮਹਾ ਗੁਬਾਰਾ, ਗੁਬਾਰਾ ਤਿਨਕੇ ਨਿਕਟ ਨਾ ਕੋਈ ਜਾਏ। ਮਹਾ ਗੁਬਾਰਾ ਦਾ ਮਤਲਬ ਅਤਿਅੰਤ ਅੰਧਕਾਰ, ਗੁਬਾਰ ਹਨੇਰਾ, ਗੁਪ ਹਨੇਰਾ। ਉਹਨਾਂ ਦੇ ਅੰਦਰ ਲੋਭ ਦਾ ਬਹੁਤ ਵੱਡਾ ਹਨੇਰਾ ਹੈ, ਲੋਭ ਦਾ ਅੰਧਕਾਰ ਹੈ, ਲੋਭ ਦਾ ਗੁਬਾਰ ਚੜਿਆ ਹੋਇਆ ਹੈ। ਤੇ ਗੁਬਾਰ ਦੇ ਵਿੱਚ ਕੁਝ ਵੀ ਨਹੀਂ ਦਿਸਦਾ। ਜਿਵੇਂ ਕਿਤੇ ਨੇਰੀ ਉੱਡੀ ਹੋਵੇ, ਮਿੱਟੀ ਕੱਟਾ ਉੱਡਿਆ ਹੋਵੇ, ਗੁਬਾਰ ਹੋਵੇ, ਉੱਥੇ ਕੁਝ ਵੀ ਨਜ਼ਰ ਨਹੀਂ ਪੈਂਦਾ। ਉਹਨਾਂ ਦੇ ਅੰਦਰ ਲੋਭ ਦਾ ਗੁਬਾਰ ਹੈ, ਲੋਭ ਦਾ ਗੁਪ ਹਨੇਰਾ ਹੈ। ਤੇ ਲੋਭ ਦੇ ਕਾਰਨ ਉਹਨਾਂ ਨੂੰ ਕੁਝ ਵੀ ਨਹੀਂ ਦਿਸ ਰਿਹਾ, ਚੰਗਾ ਮਾੜਾ। ਸਿਰਫ ਉਹਨਾਂ ਨੂੰ ਆਪਣਾ ਆਪ ਦਿਸ ਰਿਹਾ ਹੈ ਕਿ ਮੇਰੇ ਕੋਲ ਕੋਈ ਚੀਜ਼ ਆ ਜਾਏ, ਜਿਵੇਂ ਮਰਜ਼ੀ ਆ ਜਾਏ। ਨਾਜਾਇਜ਼ ਢੰਗਾਂ ਦੇ ਨਾਲ ਫਿਰ ਉਹ ਪਦਾਰਥ ਇਕੱਠੇ ਕਰਦੇ ਨੇ, ਬੇਗਾਨੇ ਹੱਕ ਉਹ ਖਾਂਦੇ ਨੇ, ਰਿਸ਼ਵਤ ਉਹ ਲੈਂਦੇ ਨੇ, ਡੁਪਲੀਕੇਟ ਦਵਾਈਆਂ ਵੇਚਣ ਤੋਂ ਸੰਕੋਚ ਉਹ ਨਹੀਂ ਕਰਦੇ, ਖਾਣ ਪੀਣ ਵਾਲੇ ਪਦਾਰਥਾਂ ਵਿੱਚ ਕੈਮੀਕਲ ਮਿਲਾਉਣ ਤੋਂ ਸੰਕੋਚ ਨਹੀਂ ਕਰਦੇ। ਉਹ ਥੋੜੇ ਬਹੁਤੇ ਪੈਸੇ ਔਰ ਪ੍ਰਾਪਰਟੀ ਵਾਸਤੇ ਕਿਸੇ ਨੂੰ ਕਤਲ ਕਰਨ ਤੋਂ ਵੀ ਸੰਕੋਚ ਨਹੀਂ ਕਰਨਗੇ, ਕਿਉਂਕਿ ਜੀਵਨ ਦੇ ਅੰਦਰ ਮਹਾਨ ਗੁਬਾਰ ਹਨੇਰੇ ਇਹਦਾ ਲੋਭ ਦਾ ਹੈ। ਤਿਨਕੇ ਨਿਕਟ ਨਾ ਕੋਈ ਜਾਹੇ,
ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਵਿਕਾਰੀਆਂ ਦੇ ਨੇੜੇ ਵੀ ਕੋਈ ਨਹੀਂ ਟੁਕਦਾ, ਉਹਨਾਂ ਦਾ ਸੰਗੀ ਸਾਥੀ ਵੀ ਕੋਈ ਨਹੀਂ ਬਣਦਾ। ਕੌਣ ਜਾਣਾ ਚਾਹੇਗਾ ਇਹੋ ਜਿਹੇ ਬੰਦੇ ਦੇ ਨਜ਼ਦੀਕ, ਜਿਹੜਾ ਆਪ ਵੀ ਖਪ ਰਿਹਾ ਹੈ, ਦੂਜਿਆਂ ਨੂੰ ਖਪਾ ਰਿਹਾ ਹੈ, ਜਿਸ ਦੇ ਅੰਦਰ ਹਉਮੈ ਹੈ, ਜਿਸ ਦੇ ਅੰਦਰ ਲੋਭ ਹੈ, ਜਿਸ ਦੇ ਅੰਦਰ ਸਵਾਰਥ ਹੈ। ਐਸੇ ਬੰਦੇ ਤੋਂ ਤੇ ਡਰ ਹੀ ਲੱਗੇਗਾ ਨਾ। ਫਰੀਦਾ ਤਿਨਾ ਮੁਖ ਡਰਾਵਣ ਹੈ, ਜਿਨੀ ਵਿਸਾਰਿਓ ਨਾਉ। ਔਰ ਅੱਜ ਬੰਦੇ ਦੇ ਨਜ਼ਦੀਕ ਬੰਦਾ ਕਿਉਂ ਨਹੀਂ ਜਾ ਰਿਹਾ? ਬੰਦੇ ਦੇ ਨੇੜੇ ਬੰਦਾ ਕਿਉਂ ਨਹੀਂ ਜਾ ਰਿਹਾ? ਇੱਕ ਬੰਦਾ ਦੂਜੇ ਤੇ ਵਿਸ਼ਵਾਸ ਕਿਉਂ ਨਹੀਂ ਕਰ ਰਿਹਾ? ਇਹੀ ਰੀਜ਼ਨ ਹੈ ਸਾਰਾ। ਸਾਹਮਣੇ ਹੈ, ਸਾਡੇ ਰਿਜ਼ਲਟ ਸਾਹਮਣੇ ਹੈ। ਰਿਸ਼ਤੇ ਟੁੱਟ ਰਹੇ ਨੇ, ਪਰਿਵਾਰ ਬਿਖਰ ਰਹੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈ ਰਹੀਆਂ ਨੇ, ਪਤੀ ਪਤਨੀ ਦੇ ਰਿਸ਼ਤੇ ਬਿਖਰ ਰਹੇ ਨੇ, ਮਾਪਿਆਂ ਔਰ ਬੱਚਿਆਂ ਦੇ ਰਿਸ਼ਤੇ ਬਿਖਰ ਰਹੇ ਨੇ। ਉਹਦਾ ਰੀਜ਼ਨ ਕੀ ਹੈ? ਇਹੀ ਰੀਜ਼ਨ ਹੈ, ਹੋਰ ਕੀ ਰੀਜ਼ਨ? ਅੰਦਰ ਗੁਬਾਰ। ਉਹ ਆਪ ਦੁਖੀ, ਸੁਖ ਕਬਹੂ ਨਾ ਪਾਵੇਂ, ਜਨਮ ਮਰਹਿ ਮਰ ਜਾਹੇ। ਉਹ ਆਪ ਦੁਖੀ ਦਾ ਮਤਲਬ ਐਸੇ ਜੋ ਲੋਕ ਨੇ ਉਹ ਆਪ ਦੁਖੀ ਨੇ ਔਰ ਆਪਣੇ ਕਰਮਾਂ ਕਰਕੇ ਦੁਖੀ ਨੇ। ਸੁਖ ਕਬਹੂ ਨਾ ਪਾਵੇਂ, ਔਰ ਉਹ ਕਦੇ ਵੀ ਸੁਖ ਨਹੀਂ ਪਾਉਂਦੇ। ਉਹ ਆਪਣੇ ਆਪ ਹੀ ਦੁਖੀ ਨੇ, ਆਪਣੇ ਆਪ ਤੋਂ ਦੁਖੀ ਨੇ, ਆਪਣੇ ਕੰਮਾਂ ਕਰਕੇ ਦੁਖੀ ਨੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਹਾ ਬੀਜੈ ਸੋ ਲੁਣੈ, ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਇਸੇ ਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਉਹ ਮਿਲ ਹੀ ਜਾਂਦਾ। ਉਹ ਆਪਣੇ ਆਪ ਦੁਖੀ ਨੇ, ਕਦੇ ਵੀ ਸੁਖ ਨਹੀਂ ਪਾਉਂਦੇ। ਜਨਮ ਮਰਹਿ ਮਰ ਜਾਹੇ। ਜਨਮ ਦਾ ਮਤਲਬ ਜੰਮਦੇ ਨੇ, ਮਰ ਜਾਹੇ ਦਾ ਮਤਲਬ ਮਰ ਜਾਂਦੇ ਨੇ। ਮਰਹਿ ਮਰ ਜਾਹੇ ਦਾ ਮਤਲਬ ਆਤਮਕ ਮੌਤੇ ਮਰ ਜਾਂਦੇ ਨੇ। ਉਹ ਜੰਮਦੇ ਨੇ, ਆਤਮਕ ਮੌਤੇ ਮਰਦੇ ਨੇ, ਔਰ ਅਖੀਰ ਸਰੀਰਕ ਮੌਤੇ ਵੀ ਮਰ ਜਾਂਦੇ। ਜਨਮ ਤੋਂ ਲੈ ਕੇ ਮਰਨ ਤੱਕ ਉਹ ਮਰੇ ਹੀ ਰਹਿੰਦੇ ਨੇ। ਉਹ ਜੀਵਨ ਜੀਂਦੇ ਹੀ ਨੇ, ਜਿਉਂਦੇ ਹੀ ਮਰੇ ਰਹਿੰਦੇ ਨੇ। ਇਨਸਾਨੀਅਤ ਮਰ ਗਈ, ਬੰਦਾ ਮਰ ਗਿਆ ਨਾ। ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ, ਬੰਦਾ ਉਦੋਂ ਤੱਕ ਹੀ ਜਿਉਂਦਾ ਹੈ ਜਦੋਂ ਤੱਕ ਅੰਦਰ ਇਨਸਾਨੀਅਤ ਜਿੰਦਾ ਹੈ। ਅੰਦਰੋਂ ਇਨਸਾਨੀਅਤ ਮਰਨ ਤੋਂ ਬਾਅਦ ਬੰਦਾ ਇੱਕ ਜਿਉਂਦੀ ਜਾਗਦੀ ਲਾਸ਼ ਰਹਿ ਜਾਂਦੀ ਹੈ, ਹੋਰ ਕੁਝ ਵੀ ਨਹੀਂ। ਇਨਸਾਨੀਅਤ ਮਰਨ ਤੋਂ ਬਾਅਦ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਅਵਸਥਾ ਵਾਪਰਦੀ ਹੈ। ਗੁਰੂ ਦੇ ਸਿਧਾਂਤਾਂ ਨੂੰ ਭੁੱਲਣ ਤੋਂ ਬਾਅਦ ਇੱਕੋ ਹੀ ਚੀਜ਼ ਰਹਿ ਜਾਂਦੀ ਹੈ, ਗੁਰਮੰਤਰਹੀਣस्य ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ, ਕੂਪਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਇਹਨਾਂ ਪਸ਼ੂ ਵਿਰਤੀਆਂ ਦੀ ਤਰ੍ਹਾਂ ਬੰਦਾ ਜ਼ਿੰਦਗੀ ਜਿੰਦਾ ਹੈ। ਉਹ ਜੰਮਦੇ ਨੇ ਔਰ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਮਰ ਜਾਂਦੇ ਨੇ, ਦੁਖੀ ਰਹਿੰਦੇ ਨੇ, ਕਦੇ ਵੀ ਸੁਖ ਨਹੀਂ ਪਾਉਂਦੇ। ਤਾਂ ਫਿਰ ਹੁਣ ਇਸ ਸਮੱਸਿਆ ਦਾ ਹੱਲ ਕੀ ਹੈ? ਕੀ ਜੇ ਉਹ ਆਪਣੇ ਜੀਵਨ ਨੂੰ ਸੁਧਾਰਨਾ ਚਾਹਣ ਤਾਂ ਸੁਧਰ ਸਕਦਾ ਹੈ? ਹਾਂ, ਬਿਲਕੁਲ ਸੁਧਰ ਸਕਦਾ ਹੈ। ਹਰ ਇਨਸਾਨ ਦੇ ਅੰਦਰ ਹਰ ਵਕਤ ਪੋਸਿਬਿਲਿਟੀ ਹੈ, ਸੰਭਾਵਨਾ ਹੈ। ਉਹਦੇ ਵਾਸਤੇ ਕੀ ਕਰਨਾ ਪਵੇਗਾ? ਨਾਨਕ ਬਖਸ਼ ਲੈ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਜੇ ਉਹ ਗੁਰੂ ਦੇ ਚਰਨਾਂ ਵਿੱਚ ਜੋੜ ਲੈਣ ਤਾਂ ਸੱਚਾ ਹਰੀ ਉਹਨਾਂ ਨੂੰ ਵੀ ਬਖਸ਼ ਲਏਗਾ। ਉਹ ਵੀ ਬਖਸ਼ਿਸ਼ ਦੇ ਪਾਤਰ ਬਣ ਜਾਣਗੇ ਜੇ ਗੁਰੂ ਦੇ ਚਰਨਾਂ ਤੇ ਚਿੱਤ ਲਾ ਲੈਣ। ਮੀਨਸ ਜੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੇ ਮੱਤ ਦੇ ਉਤਾਰਨੀ ਹੋ ਜਾਣ ਤਾਂ ਉਹ ਵੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਨੇ। ਇਹਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਸੰਭਾਵਨਾ ਹੈ ਨਾ। ਜਿਹੜਾ ਜੀਵਨ ਦੇ ਰਾਹ ਤੋਂ ਭੁੱਲਿਆ ਹੋਇਆ ਇਨਸਾਨ ਹੈ, ਜਿਨੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ ਹੈ, ਜੋ ਲੋਕਾਂ ਨੂੰ ਵੀ ਦੁਖੀ ਕਰ ਰਿਹਾ ਹੈ, ਆਪ ਵੀ ਦੁਖੀ ਹੈ, ਮਾੜੇ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ, ਉਹ ਬਚ ਸਕਦਾ ਹੈ, ਚੰਗਾ ਹੋ ਸਕਦਾ ਹੈ, ਇਨਸਾਨੀਅਤ ਉਹਦੇ ਅੰਦਰ ਪੈਦਾ ਹੋ ਸਕਦੀ ਹੈ ਜੇ ਗੁਰਚਰਨੀ ਚਿਤ ਲਾਹੇ, ਜੇ ਗੁਰੂ ਦੇ ਚਰਨਾਂ ਤੇ ਚਿੱਤ ਲਾ ਲਓ। ਗੁਰੂ ਦੇ ਚਰਨਾਂ ਦਾ ਮਤਲਬ ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਦਿੱਤਾ ਵੇ ਆਫ ਲਾਈਫ ਜੇ ਉਹ ਅਪਣਾ ਲੈਣ ਤਾਂ ਉਹ ਵੀ ਬਖਸ਼ਿਸ਼ ਦੇ ਪਾਤਰ ਹੋ ਸਕਦੇ ਨੇ। ਪੌੜੀ ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ। ਸੰਤ ਭਗਤ ਦਾ ਮਤਲਬ ਸਚਿਆਰ ਜੋ ਪੁਰਸ਼ ਨੇ, ਕਿਉਂਕਿ ਇਹ ਸਾਰੇ ਸ਼ਬਦ ਪਰਿਆਇਵਾਚੀ ਨੇ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਰਤਿਆ ਹੈ ਸਚਿਆਰ, ਕਿਵ ਸਚਿਆਰਾ ਹੋਈ ਹੈ। ਗੁਰੂ ਅੰਗਦ ਦੇਵ ਜੀ ਨੇ ਸ਼ਬਦ ਵਰਤਿਆ ਹੈ ਆਸ਼ਕ। ਗੁਰਬਾਣੀ ਵਿੱਚ ਗੁਰੂ ਅਮਰਦਾਸ ਜੀ ਸ਼ਬਦ ਵਰਤ ਰਹੇ ਨੇ ਗੁਰਮੁਖ। ਗੁਰੂ ਰਾਮਦਾਸ ਜੀ ਸ਼ਬਦ ਵਰਤ ਰਹੇ ਨੇ ਸਿੱਖ, ਸਿੱਖੜਾ, ਗੁਰਸਿੱਖ ਜਾਂ ਗੁਰਸਿੱਖੜਾ। ਗੁਰੂ ਅਰਜਨ ਦੇਵ ਜੀ ਸ਼ਬਦ ਵਰਤਦੇ ਨੇ ਸੰਤ ਭਗਤ ਬ੍ਰਹਮ ਗਿਆਨੀ ਸਾਧ ਆਦਿਕ।
गुरु तेग बहादुर जी शब्द वरतते ने जन, ते गुरु गोबिंद सिंह जी कहते ने खालसा। ये सारे पर्यायवाची रूप ने जिहदा मतलब सचियार, जो मन वचन कर्म करके सच्चा है। तो वो सचियार पुरुष प्रवान ने कौन? जो प्रभ पाया, जो प्रभु नूं पा गया। ओही असली भगत है, ओही रब दा प्यारा है, ओही शांत है जो प्रभु नूं पा गया, यानी जो प्रभु दी रजा विच तुर। सही विचक्षण जंत जिनी हर ध्याया। इनू विचक्षण नहीं पढ़ना, विचक्षण चच्छे ते अद्धक लगा के। विचक्षण दा मतलब सियाणा, जंत दा मतलब जीव, ध्याया दा मतलब जिन्ने ध्यान विच वसाया। ਉਹ ਮਨੁੱਖ ਸਿਆਣੇ ਨੇ ਜੋ ਰੱਬ ਨੂੰ ਆਪਣੇ ਮਨ ਵਿੱਚ ਵਸਾਉਂਦੇ ਨੇ, ਰੱਬੀ ਗੁਣਾਂ ਨੂੰ ਜੋ ਮਨ ਵਿੱਚ ਵਸਾਉਂਦੇ ਨੇ, ਰੱਬੀ ਰਜ਼ਾ ਵਿੱਚ ਜੋ ਤੁਰਦੇ ਨੇ। ਅਸਲੀ ਸਿਆਣੇ ਇਨਸਾਨ ਉਹ ਨੇ। ਤਾਂ ਹੁਣ ਸਿਆਣਾ ਕੌਣ ਹੈ? ਜੋ ਗੁਣਾਂ ਦਾ ਧਾਰਨੀ ਉਹ ਸਿਆਣਾ ਹੈ। ਤੇ ਕਮਲਾ ਕੌਣ ਹੈ? ਜਿਹੜਾ ਔਗੁਣਾਂ ਦਾ ਧਾਰਨੀ ਉਹ ਕਮਲਾ ਹੈ। ਹੁਣ ਬੇਸਮਝੀ ਨਾ ਕਿ ਜਦੋਂ ਮੈਂ ਸੱਚੀ ਜ਼ਿੰਦਗੀ ਜੀ ਸਕਦਾ, प्यार नाल रह सकदा, निरभौ निर्वैर हो सकदा, मैं रब वर्गा हो सकदा, मेरे अंदर ये पॉसिबिलिटी है, ते फिर मैं झूठ फरेब वाली जिंदगी जीवां, फिर कमल पुट्टण वाली गल ही है ना, बेवकूफी है ना। तो गुरु जी कहंदे ने वो इंसान ही सियाणे ने जिन्हां ने रब्बी गुणां नूं अपने ध्यान विच वसाया है। अमृत नाम निधान भोजन खाया। नाम निधान दा मतलब गुणां दा खजाना। खजाना अमृत का मतलब आत्मक जीवन देने वाला। आत्मक जीवन देने वाला जो नाम भोजन है, गुणा का भोजन है, जिन्हों ने वो खाधा है, वो इंसान सियाणे ने, वो इंसान महान ने। हुण भोजन असीं आत्मक खुराक की खा रहे हैं, मन की खुराक है ना विचार। ते विचार दो तरह के, एक नैगेटिव, एक पॉजिटिव। कुछ लोग नैगेटिव खुराक खा रहे हैं, कुछ लोग पॉजिटिव। कुछ लोग औगुणा की खुराक खा रहे हैं, कुछ लोग गुणा की खुराक खा रहे हैं। तो जिन्हों ने गुणा की खुराक खाधी वो इंसान सियाणे ने, उन्होंने आत्मक जीवन मिलता है। संत जना की धूर मस्तक लाया। संत जन का मतलब जिहड़े सचियार ने, जो रब्बी रजा विच तुरन वाले ने, उन्हां दी धूर नूं उन्हां ने मस्तक ते लाया है। भाव कि उन्हां दा आदर मान और सत्कार कीता है। निम्रता दे नाल वो गुरमुखां दी संगत करदे ने, वो इंसान सियाणे ने। नानक भै पुनीत हर तीरथ नाया। हर तीरथ का मतलब रब रूप तीरथ। पुनीत का मतलब पवित्र। नाया का मतलब नाते। इनू नाया नहीं पढ़ना, नाया। नानक भै पुनीत हर तीरथ नाया। इहो जे मनुख हरि दे गुणा रूप तीरथ ते नहा के पवित्र हो जाते। रब्बी गुणा दे विच नहा के पवित्र हो जाते ने, अपने मन नूं रब्बी गुणा दे विच डुबकी लवांदे ने। जिवें आम लोग तीर्थां ते नहांदे ने ना बाहर, तां पानी दे विच नहाण दे नाल शरीर पवित्र हो जाता है। ते जे बाणी दे नाल मत नूं नवाया जाए ते मत पवित्र हो जाती है। भरीए मत पापां के संग, वो धोपै नावें के रंग। ਤਾਂ ਜਿਹੜੇ ਰੱਬੀ ਗੁਣਾ ਰੂਪ ਤੀਰਥ ਦੇ ਅੰਦਰ ਨਾਤੇ ਨੇ, ਮਾਨਸਿਕ ਤੌਰ ਤੇ ਉਹ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੀ ਸੋਚ ਪਾਵਨ ਹੋ ਜਾਂਦੀ ਹੈ ਔਰ ਉਹਨਾਂ ਦਾ ਜੀਵਨ ਸਫਲ ਔਰ ਸੁਚੱਜਾ ਹੋ ਜਾਂਦਾ ਹੈ। ਤਾਂ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਪਾਵਨ ਦੱਸੇ ਰਾਹਾਂ ਤੇ ਤੁਰਨਾ ਚਾਹੀਦਾ ਹੈ। ਵਿਕਾਰ ਔਗਣਾਂ ਨੂੰ ਛੱਡ ਕੇ ਸਾਨੂੰ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਜਿਸ ਕਰਕੇ ਅਸੀਂ ਆਪ ਵੀ ਸੁਖੀ ਔਰ ਸ਼ਾਂਤ ਰਹੀਏ और दूजियां नूं भी सुख और शांति वंड सकीए। गुरबाणी अनुसार जिंदगी जी के असीं भी पावन और पवित्र जीवन बिताइए। तो इस संसार के अंदर संभावना है, जे हर मनुख गुरु की शिक्षा मुताबिक जिंदगी जीवे, रब्बी रजा भाने दे विच तुरे, गुणा दा धारनी होवे, तां इह संसार जिहड़ा है स्वर्ग हो सकता है। सानू इस पासे तुरन दा यतन करना चाहिए।